बदल अपना ना। हाँ जी अजीब लोग ने जी। मेरा ख्याल नंबर फिर ना कोई गलत ही दस गए ने 5063 दसने सी उन्होंने, हाँ लेकिन नहीं वो 50,000 चले गए ने 50,37 भी लिखे आ नहीं वो नहीं ਮੈਨੂੰ नहीं मिली है मैं 50,000 ਇਮਤਿਆਜ਼ ਸਾਹਿਬ ਗੱਲ जी ਸੁਣੋ जी ਗੱਲ ਸੁਣੋ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਇਹ ਜਿਹੀਆਂ ਚੀਜ਼ਾਂ ਤੋਂ ਨਾ नहीं मेरी गल सुनो तारक साहब एक तो ये वे कि अगर कोई ज़ईफ ही हदीस है ना ठीक है जिन्नी देर तुसी पढ़ोगे नहीं ना ਤੁਹਾਨੂੰ ਉਹ ਤੁਹਾਡੇ ਸਾਹਮਣੇ ਵਾਜ਼ੇ ਨਹੀਂ ਹੋਏਗੀ ਗੱਲ ठीक है ना कि भाई ये क्या देखो ना वो ज़ईफ क्यों लिखियां गई ने इसलिए लिखियां गई ने कि उम्मत पढ़े उन्होंने पता चले कि ये चीज़ां जड़ियां ने ये भी नबी करीम सल्लल्लाहु अलैहि वसल्लम तक कह लो कि वल मनसूख कीतियां गई ने समझ रहे हो वो पढ़न वास्ते लिखियां गई वो ये छुपाण वास्ते या लकाण वास्ते नहीं लिखियां गई लकानियां जड़ियां है सन वो इमाम बुखारी साहब ने लका लियां ने ठीक है वो होर चीज़ है लेकिन ये विखाण वालियां सन तो इसलिए लिखियां गई ने दूसरा ये वे कि अगर ਮੈਨੂੰ ਇਹ ਉਹ ਜਿਹੜਾ ਕਹਿ ਲੋ ਕਿ ਜਿਹਦੀਆਂ ਕਰੋੜਾਂ ਦੇ ਨਾਲ ਫੈਨ ਫਾਲੋਇੰਗ ਹੈ ਉਹਨੇ ਇਹ ਗੱਲ ਕੀਤੀ ਮੁਹੰਮਦ ਅਲੀ ਮਿਰਜ਼ਾ ਨੇ ਉਹਨੇ ਅਗਰ ਇਹ ਗੱਲ ਲਿਖੀ ਹੁੰਦੀ ਨਾ ਕਿ ਇਹ ਜ਼ਈਫ ਉਹ ਬੋਲੀ ਹੁੰਦੀ ਕਿ ਇਹ ਜ਼ਈਫ ਹੈ ਤੇ ਹੋ ਸਕਦਾ ਸੀ ਮੈਂ ਇਹਦੀ ਖੋਜ 'ਚ ਜਾਂ ਇਹਦੀ ਕਹਿ ਲੋ ਕਿ ਤਹਿਕੀਕ 'ਚ ਪੈਂਦਾ ਹੀ ਨਾ ਉਹਨੇ ਨਾਲ ਉਹਨੂੰ ਸਹੀ ਕਹਿ ਲੋ ਕਿ ਇਕਰਾਰ ਦਿੱਤਾ ਤੇ ਉਹਨੇ ਨਾਲ ਬਿਆਨ ਕੀਤਾ ਕਿ ਇਹਦੇ ਤੋਂ ਸਾਫ਼ ਸਾਬਤ ਹੁੰਦਾ ਹੈ ਸਾਫ਼ ਸਾਬਤ ਕੀ ਹੁੰਦਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਪਿਸ਼ਾਬ ਦੇ ਵਿੱਚ ਕੋਈ ਵੀ ਬਦਬੂ ਨਹੀਂ ਸੀ ਹੈ ਉਹ ਨਾਰਮਲ ਖੁਸ਼ਬੂਦਾਰ ਯਾਨੀ ਜਿਵੇਂ ਪਾਣੀ ਹੁੰਦਾ ਨਾਰਮਲ ਉਹ ਸੀ ਉਹਨੇ ਸਾਬਤ ਕੀਤਾ ਨਾ ਮੈਂ ਨਹੀਂ ਫਿਰ ਪਿਸ਼ਾਬ ਆਂਦਾ ਨਹੀਂ ਜੇ ਪਿਸ਼ਾਬ ਫਿਰ ਆਂਦਾ ਕਿਉਂ ਸੀ ਜੇ ਬੋਡੀ ਨਿਕਲਣੀ ਇਹ ਜਿਹੜੀ ਪਿਸ਼ਾਬ ਲਿਆਉਣ ਦੀ ਲੋੜ ਕਿਹੜੀ ਸੀ ਇਹ ਜਿਹੜਾ ਜ਼ਿਕਰ ਹੈ ਨਾ ਇਹ ਨਹੀਂ ਚੰਗਾ ਨਾ ਕਰੋ ਇਸ ਤਰ੍ਹਾਂ ਕਿਹੜਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਹੈ ਕਿ ਹਦੀਸ ਅਸਲ ਮਿਲੇਗੀ ਤੇ ਲੈ ਆਵਿਓ ਤੇ ਫਿਰ ਉਹਦੇ ਤੇ ਅਗਰ ਕੋਈ ਗੱਲ ਕਰਨਾ ਚਾਹੇ ਤੇ ਕਰ ਲਵਿਓ ਲੇਕਿਨ ਮੈਂ ਇਸ ਮਜ਼ਮੂਨ ਵਿੱਚ ਇੰਡਲਜ ਨਹੀਂ ਹੁੰਦਾ ਮੈਂ ਮਾਜ਼ਰਤ ਚਾਹਨਾ ਕਿਹੜੇ ਕਿਵੇਂ ਸਮਝ ਨਹੀਂ ਆਈ ਤੁਹਾਡੀ ਗੱਲ ਜਿਹੜੀ ਖੁੱਲੇ ਹੁਸੈਨ ਸਾਹਿਬ ਦੀ ਗੱਲ ਸੁਣੋ ਤੇ ਹੁਸੈਨ ਸਾਹਿਬ ਦੀ ਕਰ ਰਹੇ ਹੋ ਕਿਹੜੀ ਗੱਲ ਮੈਂ ਸਰ ਕੀਤੀ ਜਿਹੜੀ ਹਦੀਸ ਨਹੀਂ ਮਿਲੀ ਉਹਦੇ ਤੇ ਤੁਸੀਂ ਉਹਦੇ ਮਤਨ ਦੇ ਉੱਤੇ ਤਬਸਰੇ ਕਰ ਰਹੇ ਹੋ ਹਾਂ ਨਹੀਂ ਤਬ ਵੇਖੋ ਨਾ ਮੇਰੀ ਗੱਲ ਸੁਣੋ ਤਬਸਰਾ ਮੈਂ ਕਰਨ ਹੀ ਨਹੀਂ ਦਿਆ ਮੈਂ ਤੇ ਚਾਹ ਰਿਹਾ ਵਾਂ ਕਿ ਹਦੀਸ ਦਾ ਸਹੀ ਹੁਸੈਨ ਸਾਹਿਬ ਸੁਣੋ ਮੈਂ ਚਾਹ ਰਿਹਾ ਵਾਂ ਕਿ ਹਦੀਸ ਦਾ ਸਹੀ ਮਤਨ ਲੱਭਿਆ ਜਾਏ ਉਹਦਾ ਸਹੀ ਮਤਨ ਪੜਿਆ ਜਾਏ ਇਹ ਮੈਂ ਚਾਹ ਰਿਹਾ ਵਾਂ ਤੁਹਾਨੂੰ ਦੇ ਦਿੱਤਾ 112 ਸਾਹਿਬ ਤੁਹਾਨੂੰ ਹਵਾਲਾ ਵੀ ਦੇ ਦਿੱਤਾ ਹੈ ਉਹ ਨਹੀਂ ਯਾਰ ਉਹ ਹਵਾਲਾ ਠੀਕ ਹੈ अच्छा एक और गल एक बड़ी यार गल सुनना अपना इम्तियाज साहब गल है मसीह मौद ने फरमाया कि जो शख्स कुरान करीम के 700 हुक्मों पर अमल नहीं करता वो मेरी जमात में से नहीं है कुरान शरीफ के 700 हुक्मों का मनो तो नहीं लग गया मैं ਤੁਹਾਨੂੰ ਉਹ ਜਿਹੜਾ ਹਵਾਲਾ ਦੇ ਕੇ ਗਏ ਨੇ ਨਾ 5063 ਕਿਹਾ ਸਣੇ ਨਾ 5063 हाँ जी आ वेख लो मैं अगे लाई जी हदीस ये हदीस सही हदीस है ठीक है ये केड़ी किताब है मुस्नद अहमद हदीस नंबर की है 5063 ਇਹਦਾ ਸਟੇਟਸ ਕੀ ਹੈ सही है पढ़ दियो पढ़ते ਵੱਡੀ ਕਰ ਦਿਓ ਕਿ ਉਹ ਹਦੀਸ ਨਹੀਂ ਹੈ ਨਾ ਹਾਂਜੀ ਇਹ ਹਦੀਸ ਨਹੀਂ ਹੈ ਜੇ ਉਹ ਨਹੀਂ ਹੈ ਤਾਂ ਫਿਰ ਛੱਡ ਦਿਓ ਹਾਂ ਮੈਂ ਉਹੀ ਤਾਂ ਕਹਿਣ ਡਿਆ ਵਾਂ ਕਿ ਤੁਸੀਂ ਹਵਾਲਾ ਦਿੱਤਾ ਤਲਾਸ਼ ਕਰਕੇ ਲੈ ਆਵਿਓ ਤੇ ਫਿਰ ਪੜ੍ਹ ਲਵਿਓ ਹਾਲੇ ਤੁਸੀਂ ਮੇਰੇ ਖਿਆਲ ਜਾਓ ਤੇ ਜਾ ਕੇ ਤਲਾਸ਼ ਕਰਕੇ ਲੈ ਆਵੋ ਮਤਲਬ ਇਸ ਮਕਮਲ ਤੇ ਹੀ ਸਾਨੂੰ ਪਾ ਰਹੇ ਹੋ ਇਹ ਉਹ ਹੈ ਉਹ ਨਹੀਂ ਹੈ ਉਹ ਹੀ ਹੈ ਉਸੇ ਤਰ੍ਹਾਂ ਹੈ ਹੁਸੈਨੀ ਸਾਹਿਬ ਤੁਹਾਨੂੰ ਅਗਰ ਮੇਰੀ ਗੱਲ ਸੁਣੋ ਅਗਰ मेरे गल करना या मेरी एक तहकीक करना ਤੁਹਾਨੂੰ ਇੰਨਾ ਬੁਰਾ ਲੱਗ ਰਿਹਾ ਤੇ ਦੱਸ ਦਿਓ ਕੋਈ ਮਸਲਾ ਨਹੀਂ ਮੈਂ ਨਹੀਂ ਕਰਦਾ ਮੈਂ ਇੱਥੇ ਸਟਾਪ ਹੋ ਜਾਣਾ ਨਹੀਂ ਜਿਸ ਤਰ੍ਹਾਂ ਤੁਹਾਨੂੰ ਪਸੰਦ ਆਉਂਦਾ ਚੰਗਾ ਲੱਗਦਾ ਉਂਝ ਕਰੀ ਨਹੀਂ ਮੈਂ ਤੇ ਸਿਰਫ ਇੰਨੀ ਗੱਲ ਕਰ ਰਿਹਾ ਹਾਂ ਜੇ ਮੇਰੀ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ ਤਾਂ ਮੈਂ ਚੁੱਪ ਹੋ ਜਾਣਾ ਮੈਂ ਮਿਊਟ ਲਾ ਰਿਹਾ ਨਾ ਕਰਿਆ ਕਰੋ ਸਾਨੀ ਸਾਹਿਬ ਇੰਜ ਨਾ ਕਰਿਆ ਕਰੋ ਜਾਂ ਇੱਕ ਤੁਸੀਂ ਕਹਿੰਦੇ ਹੋ ਕਿ ਨਹੀਂ ਤੈਨੂੰ ਇਸ ਗੱਲ ਦੇ ਉੱਤੇ ਤਹਿਕੀਕ ਵੀ ਨਹੀਂ ਕਰਨੀ ਚਾਹੀਦੀ ਦੂਸਰਾ ਤੁਸੀਂ ਕਹਿ ਰਹੇ ਹੋ ਕਿ ਮੈਂ ਤੈਨੂੰ ਅਲਾਓ ਨਹੀਂ ਕਰਦਾ ਇਹ ਗੱਲ ਕਰਨੀ ਠੀਕ ਹੈ ਮੈਂ ਨਹੀਂ ਕਰਦਾ ਹੋਰ ਦੱਸੋ ਮੈਂ ਵੀ ਕਿਤੇ ਹੋਰ ਜਾ ਕਰ ਲਾਂਗਾ ਯਾਰ ਭਾਈ ਸਾਹਿਬ ਤੁਸੀਂ ਤਹਿਕੀਕ ਆਪ ਕਰਨੀ ਹੈ ਕਿ ਸਾਡੇ ਕੋਲੋਂ ਕਰਵਾਉਣੀ ਹੈ ਅੱਛਾ ਜੀ ਉਹ ਇੱਕ ਹੁਣ ਦੂਜਾ ਹਸਾਨੀ ਸਾਹਿਬ ਪਾਰਟ 2 ਆ ਗਏ ਨੇ ਹਾਂਜੀ ਤੁਸੀਂ ਦੱਸੋ ਤੁਸੀਂ ਕੀ ਕਹਿ ਰਹੇ ਹੋ ਪਾਰਟ 2 ਸਮਝੋ ਪਾਰਟ 3 ਸਮਝੋ ਹਾਂਜੀ ਇੱਕ ਹੁੰਦੀ ਨਾ ਤਹਿਕੀਕ ਤੁਸੀਂ ਕਰੋ ਆਪਣੇ ਤੌਰ ਤੇ ਜਿੰਨੀ ਮਰਜ਼ੀ ਕਰੋ ਠੀਕ ਹੈ ਇਹ ਗੱਲ ਹੈ ਕਿ ਸਾਨੂੰ ਜਿਹੜਾ ਤੁਸੀਂ ਸੁਣਾਉਂਦੇ ਪਏ ਕਹਿੰਦੇ ਹੋ ਕਿ ਅਸੀਂ ਵੀ ਤੁਹਾਡੇ ਨਾਲ ਤਹਿਕੀਕ ਕਰੀਏ ਨਹੀਂ ਮੈਂ ਕਿਦੋਂ ਕਹਿ ਰਿਹਾ ਅੱਛਾ ਤਾਂ ਫਿਰ ਇਹ ਜਿਹੜੀ ਹਦੀਸ ਜਿਹੜੀ ਅੰਡਰ ਡਿਸਕਸ਼ਨ ਹੈ ਨਹੀਂ ਤੁਸੀਂ ਉਹਨੂੰ ਡਿਸਕਸ ਕਰਦੇ ਰਹੋ
ਆਖਰ ਤੇ ਤੁਸੀਂ ਕਹਿ ਦਿੱਤਾ ਜੀ ਉਹ ਹਦੀਸ ਹੀ ਨਹੀਂ ਕਿ ਜਿਹਦਾ ਮੈਂ ਰੈਫਰੈਂਸ ਦਿੱਤਾ। ਹੁਣ ਇੱਕ 5000 ਯਾਰ ਵੇਖੋ ਤੁਸੀਂ ਗੱਲ ਦਾ ਹਿਸਾਬ ਲਾਓ, ਖਲਿਓ ਰਾਣਾ ਸਾਹਿਬ, ਗੱਲ ਦਾ ਹਿਸਾਬ ਲਾਓ ਬੰਬਾਸਟਿਕ ਸਾਹਿਬ ਦੀ, ਕਿ ਨਾ ਇਹਨਾਂ ਨੂੰ ਗੱਲ ਦੀ ਅੱਗੇ ਦਾ ਪਤਾ, ਨਾ ਇਹਨਾਂ ਨੂੰ ਗੱਲ ਦਾ ਪਿੱਛੇ ਦਾ ਪਤਾ, ਆ ਕੇ ਤੇ ਲੁੱਚ ਟੁੰਡਣ ਲੱਗ ਪਏ ਨੇ ਗੱਲ ਦੇ ਵਿੱਚ, ਕਿਸੇ ਗੱਲ ਦਾ ਨਹੀਂ ਪਤਾ। ਆਂਦੇ ਨੇ ਤੂੰ ਹਦੀਸ ਲਿਆਂਦੀ ਹੈ ਤੇ ਪਹਿਲਾਂ ਆਖਿਆ ਕਿ ਮੈਂ ਇਹ ਰੈਫਰੈਂਸ ਦਿੱਤਾ ਹੀ ਨਹੀਂ, ਮਤਲਬ ਕਿ ਗੱਲ ਦਾ ਤੁਹਾਨੂੰ ਪਤਾ ਨਹੀਂ। ਗੱਲ ਇਹ ਹੋਈ ਸੀ, ਹੁਣ ਸੁਣ ਲਓ, ਮੈਂ ਇੱਕ ਹਦੀਸ ਪੜ੍ਹ ਕੇ ਇੱਕ ਮਿੰਟ ਸਾਰੇ ਬੱਚੇ ਉਹ ਯਾਰ ਸੁਣ ਲਓ ਨਾ ਰਾਣਾ ਸਾਹਿਬ, ਇਹਨਾਂ ਨੂੰ ਬੰਬਾਸਟਿਕ ਸਾਹਿਬ ਨੂੰ ਗੱਲ ਸਮਝਾ ਲੈਂਦੇ ਹੋ। ਬੰਬਾਸਟਿਕ ਸਾਹਿਬ ਵੀ ਤੁਹਾਨੂੰ ਪਤਾ ਫਿਰ, ਹਾਂਜੀ ਬੰਬਾਸਟਿਕ ਸਾਹਿਬ, ਇੱਥੇ ਇੱਕ ਮੈਂ ਹਦੀਸ ਸੁਣ ਕੇ ਆਇਆ ਵਾਂ, ਠੀਕ ਹੈ, ਮੁਹੰਮਦ ਅਲੀ ਮਿਰਜ਼ਾ ਦੇ ਕੋਲੋਂ। ਉਹਨੇ ਰੈਫਰੈਂਸ ਨਾਲ ਨਹੀਂ ਦਿੱਤਾ, ਮੈਂ ਉਹ ਰੈਫਰੈਂਸ ਤਲਾਸ਼ ਕਰਨ ਦੀ ਨੀਅਤ ਦੇ ਵਿੱਚ ਇੱਥੇ ਆਇਆ ਵਾਂ, ਠੀਕ ਹੈ। ਇੱਥੇ ਆਇਆ ਵਾਂ, ਹਦੀਸ ਦਾ ਮੈਂ ਮਤਨ ਪੂਰਾ ਪਰ ਜਿਹੜਾ ਉਹਨੇ ਦੱਸਿਆ ਉਹ ਪੜ੍ਹ ਕੇ ਸੁਣਾਇਆ। ਹੁਸੈਨੀ ਸਾਹਿਬ ਨੇ ਆਖਿਆ ਇਹਨੂੰ ਤਲਾਸ਼ ਕਰੋ, ਜਿਹੜੀ ਹਦੀਸ ਦੇ ਵਿੱਚ ਉਹ ਬਿਲਕੁਲ ਬਿਹਤਰੀਨ ਅਮਲ ਹੋਏਗਾ ਅਗਰ ਉਹ ਤੁਸੀਂ ਇਸ ਤਰ੍ਹਾਂ ਉਹਨੂੰ ਤਲਾਸ਼ ਕਰਕੇ ਲਿਆ ਕੇ ਨੰਬਰ ਕਿਤਾਬ ਨਾਲ ਪੜ੍ਹ ਕੇ ਸੁਣਾਓਗੇ ਤਾਂ ਬੜਾ ਅੱਛਾ ਹੋਏਗਾ, ਠੀਕ ਹੈ। ਥੱਲੇ ਇੱਕ ਬੰਦਾ ਬੈਠਾ ਸੀ, ਉਹਨੇ ਆਖਿਆ ਕਿ ਇਹ ਮੁਸਨਦ ਅਹਿਮਦ ਦੀ ਹਦੀਸ ਹੈ 5063, ਠੀਕ ਹੈ, ਤੇ ਇਹ ਜ਼ਈਫ ਹੈ, ਠੀਕ ਹੈ। ਮੈਂ ਉਹ ਜਾ ਕੇ ਤੇ ਫੌਰੀ ਤੌਰ ਤੇ ਕੱਢੀ ਇਸਲਾਮ 360 ਤੇ ਉਹ ਹਦੀਸ ਸਹੀ ਹੈ ਤੇ ਉਹ ਹਦੀਸ ਇਹ ਨਹੀਂ ਹੈ, ਇਹ ਗੱਲ ਹੈ। ਤੁਸੀਂ ਮੈਂ ਹਦੀਸ ਦਾ ਹਵਾਲਾ ਦਿੱਤਾ ਜੀ, ਉਹ ਠੀਕ ਨਹੀਂ ਦਿੱਤਾ ਜੀ, ਪੁੱਠਾ ਦੇ ਦਿੱਤਾ ਜੀ, ਉਹ ਦੇ ਦਿੱਤਾ ਜੀ, ਉਹ ਦੇ ਦਿੱਤਾ। ਉਹ ਹਦੀਸ ਹੈ ਕਿਸੇ ਜਿਹੜੀ ਮੁਹੰਮਦ ਅਲੀ ਮਿਰਜ਼ਾ ਸਾਹਿਬ ਨੇ ਦੱਸੀ ਹਦੀਸ ਸੀ, ਉਹ ਸੈਣੀ ਸਾਹਿਬ ਆਂਦੇ ਨੇ ਜੀ ਮੈਂ ਤੁਹਾਨੂੰ ਅਲਾਓ ਨਹੀਂ ਕਰਦਾ, ਠੀਕ ਹੈ, ਉਹ ਬਿਆਨ ਕਰਨਾ। ਕਿਉਂ? ਅਗਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਬਿਆਨ ਕਰ ਸਕਦੇ ਹਾਂ, ਤੇ ਇਹ ਹੁਣ ਇਹਨਾਂ ਨੂੰ ਪੁੱਛੋ ਨਾ, ਤੁਹਾਡੇ ਤੇ ਸਰਦਾਰੇ ਆਲਾ ਤੇ ਇਹੀ ਨੇ ਨਾ। ਫਿਰ ਸੈਣੀ ਸਾਹਿਬ ਕਿਉਂ ਨਹੀਂ ਸੁਣ ਸਕਦੇ ਸੀ ਉਹ ਹਦੀਸ ਹੈ? ਸਰਦਾਰੇ ਆਲਾ ਨੇ ਭਾਜੀ ਉਹਨਾਂ ਨੇ ਆਖਿਆ ਨਹੀਂ ਸੁਣਾ ਸਕਦੇ, ਮੈਂ ਵੀ ਚੁੱਪ ਕਰ ਗਿਆ, ਮੈਂ ਨਹੀਂ ਸੁਣਾਉਂਦਾ। ਗੱਲ ਨਹੀਂ ਕਹੀ, ਉਹ ਕਹਿੰਦੇ ਨੇ ਮੈਂ ਗੱਲ ਨਹੀਂ ਕਹੀ ਯਾਰਾਂ ਬਾਈ ਜੀ, ਉਹ ਕਹਿ ਰਹੇ ਨੇ ਕਿ ਮੈਂ ਇਸ ਮੌਜੂ ਨੂੰ ਪਸੰਦ ਨਹੀਂ ਕਰਦਾ ਤੇ ਅਲਾਓ ਨਹੀਂ ਕਰਦਾ। ਮੈਂ ਵੀ ਨਹੀਂ ਕਿਹਾ। ਅੱਛਾ ਸਾਹਿਬ ਨੇ ਕਿਹਾ ਪ੍ਰੋਪਰ ਹਦੀਸ ਲੱਭ ਕੇ ਲਾਓ, ਫਿਰ ਉਹਦੇ ਕਿਸ਼ਨ ਹੋ ਸਕਦੀ ਹੈ। ਹਾਂ, ਹੁਣ ਜਿੰਨੀ ਦੇਰ ਉਹ ਪ੍ਰੋਪਰ ਹਦੀਸ ਕਿਸ ਤਰ੍ਹਾਂ ਲੱਭਾਂਗੇ, ਇਸ ਤਰ੍ਹਾਂ ਹੀ ਲੱਭਾਂਗੇ ਨਾ ਕਿ ਦੋਸਤਾਂ ਨਾਲ ਗੱਲ ਕਰਾਂਗੇ, ਕਿਸੇ ਇਲਮੀ ਸ਼ਖਸੀਅਤ ਦੇ ਨਾਲ ਗੱਲ ਕਰਾਂਗੇ, ਉਹਨੂੰ ਦੱਸਾਂਗੇ ਕਿ ਯਾਰ ਇਹ ਮੈਂ ਗੱਲ ਸੁਣੀ ਏ, ਇਹਦੀ ਮੈਂ ਤਹਿਕੀਕ ਚਾਹਨਾ ਵਾ, ਕਿਆ ਤੇਰੇ ਕੋਲ ਕੋਈ ਇਹਦਾ ਨੰਬਰ ਹੈ ਵੇ, ਕਿਆ ਤੇਰੇ ਕੋਲ ਕੋਈ ਇਹਦੀ ਕਿਤਾਬ ਹੈ ਵੇ, ਇੰਜ ਤਹਿਕੀਕ ਹੋਏਗੀ ਨਾ ਬੰਬਾਸਟਿਕ ਸਾਹਿਬ। ਇਹੀ ਚਾਹ ਰਿਹਾ ਵਾ, ਇਹੀ ਚਾਹ ਰਿਹਾ ਵਾ। ਹੁਣ ਹੁਸੈਨੀ ਸਾਹਿਬ ਇਹ ਵੀ ਨਹੀਂ ਮੈਨੂੰ ਹੱਕ ਦੇ ਰਹੇ, ਜਿੰਨੇ ਬੇਟੇ ਦਾ ਆਪਣਾ ਆਪ ਹੀ ਲੱਭਣਾ, ਤੁਹਾਡੀ ਧੀ ਨੂੰ ਕਿਵੇਂ ਲੱਭਣਗੇ? ਉਹੀ ਤਾਂ ਕਹਿੰਦੇ ਹੁਸੈਨੀ ਸਾਹਿਬ ਮੈਨੂੰ ਇਹ ਵੀ ਹੱਕ ਨਹੀਂ ਦੇ ਰਹੇ ਕਿ ਮੈਂ ਇੱਕ ਹਦੀਸ ਦੀ ਤਲਾਸ਼ 'ਚ ਆ, ਮੈਂ ਉਹਦੀ ਤਹਿਕੀਕ 'ਚ ਆ। ਉਹਨਾਂ ਨੇ ਇੱਥੇ ਆ ਕੇ ਨਾ ਘਰ ਜਾ ਕੇ ਕਰ ਲੈ। ਮੈਂ ਇਹਨੂੰ ਰੋਕ ਰਿਹਾ ਕਿਸੇ ਗੱਲ ਤੋਂ ਬਈ ਤੁਸੀਂ ਤੇ ਡਿਨਾਈ ਕੀਤਾ, ਤੁਸੀਂ ਕਿਹਾ ਤੁਸੀਂ ਨਹੀਂ ਰੋਕਿਆ। ਤੇ ਯਾਰ ਬਾਈ ਸਾਹਿਬ ਪੜੋ ਹਦੀਸ, ਪੜੋ ਜੀ ਪੜੋ। ਹੁਸੈਨੀ ਸਾਹਿਬ ਨੇ ਤੁਹਾਨੂੰ ਇਜਾਜ਼ਤ ਦਿੱਤੀ ਹੈ, ਪੜੋ। ਮੈਂ ਕੌਣ ਹੁੰਦਾ ਇਜਾਜ਼ਤ ਦੇਣ ਵਾਲਾ ਜਾਂ ਨਾ ਇਜਾਜ਼ਤ ਦੇਣ ਵਾਲਾ? ਮੈਂ ਹਦੀਸ ਨਹੀਂ ਪੜ ਰਿਹਾ, ਮੈਂ ਸੁਣ ਰਿਹਾ, ਮੈਂ ਮੇਰੇ ਤੇ ਜਿਹੜੇ ਮੇਰੇ ਸਾਹਮਣੇ ਇਹ ਨਹੀਂ ਕੀਤਾ, ਇਹਨੇ ਇਹ ਨਹੀਂ ਕਰਨ ਜਿਹੜੀ ਮਿਰਜ਼ਾ ਜੇਲਵੀ ਜਿਹੜੀ ਹਦੀਸ ਤੁਸੀਂ ਸੁਣ ਕੇ ਮਿਰਜ਼ਾ ਜੀ ਹਦੀਸ ਦੀ ਗੱਲ ਨਹੀਂ ਹੈ ਇੱਥੇ। ਮਸਲਾ ਇਹ ਹੈ ਕਿ ਮੇਰੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਤੂੰ ਮੈਨੂੰ ਇਹ ਨਹੀਂ ਕਰਨ ਦੇ ਰਿਹਾ, ਤੂੰ ਮੈਨੂੰ ਉਹ ਕਰਨ ਨਹੀਂ ਦੇ ਰਿਹਾ, ਮੈਨੂੰ ਇਹਦੀ ਇਜਾਜ਼ਤ ਨਹੀਂ ਦੇ ਰਿਹਾ। ਮੈਂ ਕਿਸੇ ਗੱਲ ਤੋਂ ਨਹੀਂ ਰੋਕਿਆ, ਜੋ ਤੁਸੀਂ ਕਰਨਾ ਕਰੋ। ਠੀਕ ਹੈ ਜੀ, ਜਜ਼ਾਕ ਅੱਲਾ। ਹੁਣ ਬੰਬਾਸਟਿਕ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ, ਹਦੀਸ ਸੁਣਾਈਏ ਮੁਹੰਮਦ ਅਲੀ ਮਿਰਜ਼ਾ ਨੇ ਇੱਕ ਟਿਕਟੌਕ ਦੀ ਵੀਡੀਓ ਦੇ ਵਿੱਚ, ਮੈਂ ਉਹ ਸੁਣੀ ਅੱਜ ਨਾ। ਉਹਨੂੰ ਮੈਂ ਤਲਾਸ਼ ਕਰਨ ਦੀ ਕੋਸ਼ਿਸ਼, ਇਹ ਵੀ ਨਹੀਂ ਮੈਂ ਕਹਿ ਸਕਦਾ ਕਿ ਮੈਂ ਤਲਾਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਤਲਾਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਲੇਕਿਨ ਮੈਨੂੰ ਨਹੀਂ ਮਿਲੀ ਨਾ, ਠੀਕ ਹੈ। ਉਹ ਹਦੀਸ ਦਾ ਜਿਹੜਾ ਉਹਨੇ ਮਤਨ ਬਿਆਨ ਕੀਤਾ ਉਹ ਇਸ ਤਰ੍ਹਾਂ ਹੈ ਮਫਹੂਮਨ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸਰਦੀਆਂ ਦੇ ਵਿੱਚ ਇੱਕ ਲੱਕੜੀ ਦਾ ਪਿਆਲਾ ਜਿਹੜਾ ਉਹ ਘਰ ਰੱਖ ਲੈਂਦੇ ਸਨ, ਠੀਕ ਹੈ, ਤੇ ਰਾਤ ਨੂੰ ਉਹਦੇ 'ਚ ਪਿਸ਼ਾਬ ਮੁਬਾਰਕ ਕਰਦੇ ਸਨ। ਤੇ ਇੱਕ ਦਿਨ ਇੱਕ ਉਹਨਾਂ ਦੀ ਨੁਕਰਾਨੀ ਸਨ, ਠੀਕ ਹੈ, ਉਹਨਾਂ ਦਾ ਨਾਮ ਉਹਨੇ ਲਿਆ, ਮੈਨੂੰ ਹੁਣ ਨਾਮ ਭੁੱਲ ਗਿਆ। ਮੈਂ ਵੀ ਸੁਣੀ, ਉਹਨੇ ਪੀ ਲਿਆ, ਉਹਨੇ ਪੀ ਲਿਆ। ਨੇ ਸਵੇਰ ਉੱਠ ਕੇ ਪੁੱਛਿਆ ਕਿ ਉਹ ਪਿਸ਼ਾਬ ਕਿੱਥੇ ਗਿਆ, ਉਹਨੇ ਕਿਹਾ ਮੈਂ ਪੀ ਲਿਆ। ਨਬੀ ਕਰੀਮ ਨੇ ਕਿਹਾ ਕਿ ਅੱਜ ਤੋਂ ਬਾਅਦ ਤੇਰੀ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ। ਨਹੀਂ 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 ਨਹੀਂ, ਇਹ ਗੱਲ ਨਹੀਂ, ਇਹ ਗੱਲ ਨਹੀਂ, ਨਹੀਂ 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 ਨਹੀਂ, ਮੈਂ ਵੀ ਇਹੀ ਸੁਣਿਆ ਆ। ਨਹੀਂ ਨਹੀਂ ਨਹੀਂ, ਮੈਂ ਇਹ ਗੱਲ ਨਹੀਂ, ਸੁਣ ਲਓ ਨਾ, ਜਿਹੜੀ ਮੈਂ ਸੁਣੀ ਹੈ ਉਹਦੇ 'ਚ ਇਹ ਵੇ कि आज के बाद तुमने अपने और जहन्नम में आड़ खड़ी कर ली। ठीक है जी, गल हुण इहदे इस मतन दी हदीस दी मैं तलाश आ कि जिहड़ी मैनूं हदीस लभे, फिर मैं उहदा स्टेटस वेखना कि सही है या ज़ईफ है, ठीक है। तो फिर इस हदीस दे उत्ते बकायदा तौर ते मैं अगों गल करन वाला बन सकना वा, भावें हुसैनी साहब होण या अमर नज़ीर साहब होण या तारक आ जिहड़े ने उत्ते साबरी साहब होण, कोई भी बंदा होए जिहदे नाल मैं गल कर सकना अगली गल। हुण जिन्नी देर मैनूं सही मतन नहीं लभेगा मैं गल नहीं कर सकदा, समझ रहे हो? इस वजह तो मैं इस हदीस दी तलाश में। तुसीं पेशाब ते जरूर गल करनी, कोई होर गल करनो कोई नहीं।
ਤੇ ਨਹੀਂ, ਤੇ ਅਗਰ ਤੁਸੀਂ ਇਹੀ ਤੇ ਮੈਂ ਕਹਿਣ ਰਿਹਾ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਨਾ ਕਰ ਤੇ ਮੈਂ ਨਹੀਂ ਕਰਦਾ, ਇਹ ਵੀ ਤੁਹਾਨੂੰ ਮੈਂ ਕਦੇ ਨਵਾਂ ਕਿ ਤੁਸੀਂ ਆਖੋ ਕਿ ਯਾਰ ਤੂੰ ਇਹ ਹਦੀਸ ਨਾ ਬਿਆਨ ਕਰ, ਇਹ ਹਦੀਸ ਦਾ ਇੱਥੇ ਟਾਪਿਕ ਨਾ ਛੇੜ, ਮੈਂ ਫੇਰ ਵੀ ਸਰ ਚੁੱਪ ਕਰ ਜਾਵਾਂਗਾ। ਹੋਰ ਦੱਸੋ, ਇਹੀ ਤੇ ਮੈਂ ਕਹਿ ਰਿਹਾ ਵਾਂ ਕਿ ਮੈਨੂੰ ਕੋਈ ਹੁਣ ਕਿਆ ਡਕਦੇ ਹੋ ਗਿਆ, ਵੈਸੇ ਚੁੱਪ ਕਰਨਾ ਬਣਦਾ, ਇਹ ਲੱਭੀ ਨਹੀਂ ਲੱਭੀ ਠੀਕ ਹੈ ਜੀ, ਮੈਂ ਹੁਣ ਚੁੱਪ ਕਰ ਜਾਣਾ। ਤੁਸੀਂ ਕੌਣ ਲੋਗ ਹੋ ਤੁਸੀਂ, ਕੌਣ ਲੋਗ? ਜਜ਼ਾਕ ਤੁਸੀਂ ਸਰਚ ਚ ਪਾ ਦਿਓ ਵੀ ਪਿਸ਼ਾਬਾਂ ਵਾਲੀਆਂ ਹਦੀਸਾਂ ਜਿੰਨੀਆਂ ਵੀ ਹੋਣਗੀਆਂ ਉਹਨਾਂ ਚ ਆ ਜਾਏਗੀ। ਮੈਂ ਕਹਿਣ ਤੇ ਡਿਆ ਕਿ ਮੈਂ ਸਰਚ ਕੀਤੀ ਹੈ, ਮੈਨੂੰ ਲੱਭੀ ਹਦੀਸ ਤੇ ਉਹਦਾ ਇੰਨਾ ਟੋਟਾ ਲੱਭਾ ਕਿ ਹਾਂ ਉਹਨਾਂ ਨੇ ਪੀ ਲਿਆ ਥਾ ਬਸ। ਹੁਣ ਅਗਲੇ ਜਿਹੜੇ ਅਲਫਾਜ਼ ਨੇ ਤੇ ਉਹ ਸਾਰੇ ਚੀਜ਼ ਜਿਹੜੀ ਹੈ ਉਹ ਤਲਾਸ਼ ਦੇ ਵਿੱਚ ਹੈ ਨਾ ਮੇਰੀ, ਕਿ ਪੂਰਾ ਮਤਨ ਜਿਹੜਾ ਉਹਨੇ ਬਿਆਨ ਕੀਤਾ ਉਹ ਕਿਹੜੀ ਹਦੀਸ ਤੋਂ ਲੈ ਕੇ ਉਹਨੇ ਕੀਤਾ। ਠੀਕ ਹੈ ਯਾ ਮੇਰੇ ਮੌਲਾ, ਉਹ ਹਲਾਕੂ ਖਾਨ ਨੇ ਉਹ ਜਦੋਂ ਉੱਥੇ ਕੀਤਾ ਨਾ ਅਟੈਕ ਆਪਣਾ ਇੱਥੇ ਬਸਰਾ ਇਰਾਕ ਔਰ ਉਸ ਵਕਤ ਹੈ ਬਗਦਾਦ ਤੇ ਮੁਹਤਸਮ ਬਿੱਲਾ ਤੇ ਉਹਦੇ ਜਿਹੜੇ ਹੈ ਸੀ ਨਾ ਜਿਹੜੇ ਆਲਮੇ ਦੀਨ ਸਨ, ਉਹ ਇਹ ਕਿਸਮ ਦੀਆਂ ਗੱਲਾਂ ਡਿਸਕਸ ਕਰਦੇ ਹੁੰਦੇ ਸਨ ਕਿ ਹਾਥੀ ਨੂੰ ਨੱਕੇ ਚੋਂ ਕਿਵੇਂ ਗੁਜ਼ਾਰਿਆ ਜਾਏ, ਕਵਾ ਜਿਹੜਾ ਹਰਾਮ ਹੈ ਕਿ ਹਲਾਲ ਏ। ਉਹਨੇ ਫਿਰ ਉਹ ਲਿੱਤਰ ਫੇਰੇ ਇਹਨਾਂ ਨੂੰ ਕਿ ਲਾ ਦਾ ਨਾ ਕਿ ਉਹਨੇ ਲਾਇਬ੍ਰੇਰੀਆਂ ਨੂੰ ਅੱਗ ਲਾ, ਸਾਰਾ ਕੁਝ ਸਿੱਧਾ ਮਿਲਿਆ ਮੇਡ ਕਰ ਦਿੱਤਾ ਕਿ ਤਰੱਕੀ ਤੁਸੀਂ ਕੀਤੀ ਨਹੀਂ, ਕੁਝ ਨਹੀਂ ਕੀਤਾ, ਨਾ ਆਰਮੀ ਬਣਾਈ, ਨਾ ਵੈਪਨਰੀ ਚ ਕੋਈ ਤਰੱਕੀ ਕੀਤੀ, ਨਾ ਸਾਇੰਸ ਨਾ ਟੈਕਨੋਲੋਜੀ ਚ। ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੇ ਨੇ ਨਾ ਮੁਸਲਮਾਨ ਉਹ ਪਿੱਛੇ ਹੱਥ ਰੱਖ ਕੇ ਬੈਠੇ ਨੇ, ਐਸੇ ਉਹਨੇ ਲਿੱਤਰ ਫੇਰੇ। ਤੋ ਅਸੀਂ ਹੁਣ ਵੀ ਨਹੀਂ ਬਾਜ਼ ਆਉਂਦੇ ਇਹੋ ਜਿਹੀਆਂ ਗੱਲਾਂ ਕਰਨ ਤੋਂ ਕਿ ਜਿਹਦੀ ਕੋਈ ਮੈਨਾ ਮਤਲਬ ਹੈ ਹੀ ਨਹੀਂ। ਉਹ ਰਹਿ ਤੇ ਲੱਗੇ ਆ, ਉਹ ਦਿਨ ਰਾਤ ਇਹਦੇ ਤੇ ਲੱਗਿਆ। ਜਦੋਂ ਟਾਈਮ ਦੇਖੋ 24/7 ਹੈ ਜਿਹੜੀ ਹੈ ਨਾ ਬਰੋਡ ਲੱਗੀ ਹੈ, ਬਰੋਡਾਂ ਲੱਗੀਆਂ ਨੇ ਤੇ ਇਹ ਡਿਸਕਸ ਹੋ ਰਿਹਾ, ਉਹ ਫਲਾਣੇ ਦੀ ਭੈਣ ਨੱਸ ਗਈ, ਫਲਾਣੇ ਦੀ ਮਾਂ ਫੜੀ ਗਈ, ਫਲਾਣਾ ਮੁੰਡੇਬਾਜ਼ੀ ਕਰਦਾ ਫੜਾ ਗਿਆ, ਉਹ ਉੱਥੇ ਸ਼ਾਤਮੀਅਤ ਹੋ ਗਈ, ਗਾਲਾਂ ਤੇ ਇਹ ਤੇ ਉਹ। ਮੇਰੇ ਰੱਬਾ, ਫਲਾਣੇ ਨੇ ਰੋਟੀ ਚੈੱਕ ਕਰ ਲਿੱਤੀ, ਸਾਲਨ ਚੈੱਕ ਕਰ ਲਿਆ, ਆਲੂ ਕੱਚੇ ਸਨ। ਇੱਕ ਤਾਂ ਵੱਧ ਕੇ ਇੱਕ ਲਤੀਫ ਹੈ, और सारे पढ़े लिखे बंदे ने, चंगे भले मिचोर ने, बुजुर्ग ने। बादशाह मेरी आवाज आ रही? हाँ जी आ रही। और मेरी आवाज आ रही किसी को? ओए आ रही है। मैं एक बचपन तो झूठ सुनदा आंडिया है, हुण सुन के रहा ना, मेरा सवाल सुन। एक बचपन तो मैं ऐसा झूठा लफज सुनदा आंडिया है कि हुण रोजे रेशन तरह मेरे खुल गया सच सारा ना होता। वो लफज है उम्मत मुसलमा, केड़ी उम्मत? कोई है उम्मत मुसलमान वाली गल ना चंगी। उम्मत किसी कट नूं कहंदे ने, किसी एक जुट नूं कहंदे ने, इन्हां च कोई उम्मत वाली गल है? अज सारे ने यहूदियां दे हत्थे ईसाइयां दे हत्थे बैत कर लई है उम्मत मुसलमान ने, ते इह उम्मत मुसलमान कहलाण दे हकदार है ने? वैसे ਇਹ ਦੱਸੋ ਮੈਨੂੰ, ਸਵਾਲ ਮੇਰਾ ਇਹ ਤੁਹਾਡੇ ਸਾਰਿਆਂ ਦੇ, ਕਿੰਨੇ ਬੈਤ ਕਰ ਲਈ ਹੈ? ਆ ਸਾਰਿਆਂ ਨੇ ਜੋ ਉਹਨਾਂ ਨੇ ਪਲਾਨ ਦਿੱਤਾ ਇਬਰਾਹਿਮ, ਜਿਹੜਾ ਪਲਾਨ ਆ ਉਹ ਇਬਰਾਹਿਮ ਕਾਰਡ ਜਿਹੜਾ ਹੈਗਾ ਉਹ ਸਭ ਨੇ ਉਹਦੇ ਤੇ ਬੈਤ ਕੀਤੀ ਹੈ। ਉਹ ਬਈ ਇਸ ਵਕਤ ਜਿਹੜੀ ਉਮਤ ਜਿਹੜੀ ਕਤਰ ਹੋ ਗਿਆ, ਸਾਊਦੀ ਅਰਬ ਹੋ ਗਿਆ, ਪਾਕਿਸਤਾਨ ਹੋ ਗਿਆ। ਰਾਣਾ ਸਾਹਿਬ ਸਵਾਲ ਜਿਹੜਾ ਉਹਨਾਂ ਦਾ ਮੁਕੰਮਲ ਨਹੀਂ ਹੋਇਆ ਤੇ ਤੁਸੀਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੂੰ ਪਹਿਲੇ ਆਪਣਾ ਸਵਾਲ ਮੁਕੰਮਲ ਕਰ ਲੈਣ ਦਿਓ ਕਿ ਗੱਲ ਝੂਠੀ ਬਚਪਨ ਤੋਂ ਸੁਣਦੇ ਆ ਰਹੇ ਨੇ ਤੇ ਉਹਦੇ ਝੂਠ ਦਾ ਪਤਾ ਇਹਨਾਂ ਨੂੰ ਜਵਾਨੀ 'ਚ ਲੱਗਾ ਹੈ, ਤੇ ਫਿਰ ਜਵਾਨੀ ਬੁਢਾਪੇ ਜਾ ਕੇ ਲੱਗਾ ਜੀ, ਬੁਢਾਪੇ ਜਾ ਕੇ ਪਤਾ ਲੱਗਾ ਕਿ ਆ ਜੇ ਉਮਤ ਤੇ ਬੁਢਾਪੇ ਇਹਨੂੰ ਉਮਤ ਕਿਹਾ ਜਾ ਸਕਦਾ? ਨਹੀਂ, ਪਹਿਲੇ ਉਮਤ ਨੂੰ ਛੱਡ ਦਿਓ। ਇੱਕ ਗੱਲ ਝੂਠੀ ਤੁਸੀਂ ਬਚਪਨ ਤੋਂ ਸੁਣਦੇ ਲਗੇ ਆ ਰਹੇ ਤੇ ਜਵਾਨੀ 'ਚ ਵੀ ਸੁਣਦੇ ਰਹੇ, ਸਾਰਾ ਬਚਪਨ ਵੀ ਝੂਠੀ ਗੱਲ ਸੁਣਨ ਵਿੱਚ ਗੁਜ਼ਾਰਿਆ ਤੇ ਸਾਰੀ ਜਵਾਨੀ ਵੀ ਝੂਠੀ ਗੱਲ ਸੁਣਨ ਵਿੱਚ ਗੁਜ਼ਾਰੀ, ਤੇ ਹੁਣ ਮੁਬਾਰਕ ਉਮਰ 'ਚ ਆ ਕੇ ਪਤਾ ਲੱਗਾ ਵੀ ਉਹ ਜਿਹੜੀ ਗੱਲ ਤੁਸੀਂ ਪਹਿਲੇ ਉਸ ਵਕਤ ਝੂਠੀ ਅਗਰ ਹੁੰਦੀ ਤੇ ਤੁਸੀਂ ਬਚਪਨ 'ਚ ਹੀ ਛੱਡ ਦਿੰਦੇ ਜਾਂ ਤੁਸੀਂ ਜਵਾਨੀ ਛੱਡ ਦਿੰਦੇ, ਲੇਕਿਨ ਪਤਾ ਜੋ ਨਾ ਲੱਗਾ। ਹੁਣ ਜਿਹੜੇ ਮੁਬਾਰਕ ਉਮਰ ਵਿੱਚ ਦਖਲ ਹੋਏ ਤੇ ਹੁਣ ਤੁਹਾਨੂੰ ਪਤਾ ਲੱਗਾ ਝੂਠੀ ਹੈ, ਤੇ ਹੁਣ ਤੁਸੀਂ ਉਹਦੇ ਤੇ ਤਹਿਕੀਕ ਸ਼ੁਰੂ ਕਰ ਦਿੱਤੀ ਤੇ ਤਬਸਰਾ ਸ਼ੁਰੂ ਕਰ ਦਿੱਤਾ, ਤੇ ਜਿਹੜੀ ਗੱਲ ਤੁਸੀਂ ਲੈ ਕੇ ਆਏ ਹੋ ਉਹ ਹੈ ਲਫ਼ਜ਼ ਉਮਤ ਮੁਸਲਮਾਂ। ਇੱਕ ਹੈ ਲਫ਼ਜ਼ ਉਮਤ ਤੇ ਇੱਕ ਹੈ ਮੁਸਲਮਾਂ। ਉਮਤ ਦੀ ਵਜ੍ਹਾ ਨਾਲ ਮੁਸਲਮਾਂ ਉਹਦੇ ਨਾਲ ਲਫ਼ਜ਼ ਲੱਗੇ ਹੈ, ਉਹਦਾ ਉਹਦੀ ਸਿਫਤ ਹੈ ਉਮਤ ਦੀ। ਉਮਤ ਤੇ ਕੋਈ ਵੀ ਹੋ ਸਕਦੀ ਹੈ, ਲੇਕਿਨ ਮੁਸਲਮਾਂ ਇਸ ਵਾਸਤੇ ਹੈ ਕਿ ਮੁਸਲਮਾਂ
ਦੀ ਤਰਫ ਮਨਸੂਬ ਹੈ ਉਹ ਗੱਲ। ਬਿਲਕੁਲ। ਤੇ ਗੱਲ ਇਹ ਹੈ ਕਿ ਲੋਕ ਦੁਨੀਆ 'ਚ ਬਹੁਤ ਸਾਰੇ ਮੁਸਲਮਾਨ ਨੇ, ਮੁਖਤਲਿਫ ਜ਼ੁਬਾਨਾਂ ਬੋਲਣ ਵਾਲੇ, ਮੁਖਤਲਿਫ ਕਲਚਰ ਦੇ ਵਿੱਚ ਰਹਿਣ ਵਾਲੇ, ਮੁਖਤਲਿਫ ਫਿਕਰੀ ਖਿਆਲ ਰੱਖਣ ਵਾਲੇ, ਲੇਕਿਨ ਉਹਨਾਂ ਦੇ ਵਿੱਚ ਇੱਕ ਲਫ਼ਜ਼ ਸਭ ਦੇ 'ਚ ਕਾਮਨ ਹੈ, ਉਹ ਹੈ ਮੁਸਲਮ। ਤੇ ਉਹਦੇ ਉੱਤੇ ਇਹ ਲਫ਼ਜ਼ ਉਮਤ ਮੁਸਲਮਾਂ ਬੋਲਿਆ ਜਾਂਦਾ ਹੈ। ਜਿਹੜੇ ਜਿਹੜੇ ਲੋਕ ਇਨਕਾਰ ਨਹੀਂ ਕਰ ਦਿੰਦੇ ਵੈਸੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਆਪਣਾ ਤਾਲੁਕ ਤੋੜ ਲਿਆ ਹੈ, ਉਹ ਸਾਰੇ ਲੋਕ ਹੀ ਉਮਤ ਮੁਸਲਮਾਂ ਹੀ ਕਹਿਲਾਉਂਦੇ ਨੇ। ਅਗਰਚੇ ਉਹਨਾਂ ਦੀ ਅਸੈਂਬਲੀ ਨਹੀਂ ਵਾਕਿਆ ਹੋਈ ਕਿਸੇ ਆਡੀਟੋਰੀਅਮ ਵਿੱਚ, ਕਿ ਕੋਈ ਐਸਾ ਵੱਡਾ ਆਡੀਟੋਰੀਅਮ ਵਿੱਚ ਹੋਵੇ ਜਿਹਦੇ 'ਚ ਸਾਰਿਆਂ ਨੂੰ ਬੁਲਾ ਕੇ ਖਿਤਾਬ ਕੀਤਾ ਜਾਏ, ਇਹ ਤੇ ਨਹੀਂ ਹੋਇਆ। ਲੇਕਿਨ ਅਸੀਂ ਉਹ ਸਾਰੀ ਆਬਾਦੀ ਦੇ ਉੱਤੇ ਜਿੱਥੇ ਜਿੱਥੇ ਉਹ ਆਬਾਦ ਨੇ, ਸ਼ੁਮਾਲ ਵਿੱਚ, ਜਨੂਬ ਵਿੱਚ, ਮਸ਼ਰਕ ਜਾਂ ਮਗਰਬ ਵਿੱਚ, ਇਹ ਲਫ਼ਜ਼ ਬੋਲਦੇ ਹਾਂ। ਇਹ ਲਫ਼ਜ਼ ਸਹੀ ਹੈ, ਗਲਤ ਨਹੀਂ ਹੈ। ਇਹਨੂੰ ਗਲਤ ਕਹਿਣ ਦਾ ਕੀ ਮਤਲਬ ਹੈ? क्या मुसलमान नहीं ने दुनिया च आबाद? बिल्कुल आबाद नहीं, लेकिन सारे और नाले ये भी कह देना उम्मत मुसलमान दा इजमा है ਇਹਦੇ ਉੱਤੇ। नहीं पहले ਤੁਸੀਂ ਹਲੇ ਇਹਨੂੰ ऐड कर रहे हो। पहला लफ्ज उम्मत मुसलमान ते रहन दियो। जितने लोग भी रसूलुल्लाह सल्लल्लाहु अलैहि वसल्लम दी तरफ मंसूब होंदे ने वो सारे उम्मत मुसलमान है। ये कहना कोई गलत नहीं है, बिल्कुल ठीक है। ਜਿਹੜਾ भी ये लफ्ज इस्तेमाल करता है कर सकता है, जरूर कर सकता है। मुखालिफ भी मुआफिक भी है कि ना है। हुण अगला के सवाल है वो दसो, इहनूं गलत समझो इंजी ये लफ्ज। मैं समझदा कोई उम्मत मुसलमान है ही नहीं है। नहीं ये हुण तुहाडे समझण नाल तुसीं ते जो मर्जी चैलेंज मैं समझ गया तुहाडी ਉਹ ਤੁਹਾਡੀ ਗੱਲ ਨੂੰ ਤੇ ਚੈਲੰਜ ਕੋਈ ਕਰ ਹੀ ਨਹੀਂ। ਬਈ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਦੀ ਉਮਤ ਹੈ ਉਹ ਦੱਸਣਗੇ ਕਿ ਉਮਤ ਹੈ ਕਿ ਨਹੀਂ। ਤੂੰ ਤੇਰਾ ਮੇਰਾ ਤੇ ਤਲਕ ਹੀ ਕੋਈ ਨਹੀਂ। ਰਾਣਾ ਸਾਹਿਬ ਅਸੀਂ ਕੋਈ ਉਮਤ ਹੀ ਸ਼ਾਮਲ ਹਾਂ, ਇਹ ਤੇ ਉਮਤ ਵਾਲੇ ਦੱਸਣਗੇ ਤੇ ਤੇਰਾ ਤੇ ਮੇਰਾ ਤੇ ਹੱਕ ਹੀ ਨਹੀਂ ਪੁੱਛਦਾ। ਹੁਣ ਮੈਂ ਕਹਾਂ ਮੈਂ ਰਾਈਆਂ, ਤੂੰ ਕਹੇ ਤੂੰ ਨਹੀਂ ਹੈਗਾ, ਤੇ ਉਹ ਤੇ ਗੁੱਸਾ ਚੜ ਜਾਏਗਾ ਨਾ ਮੈਨੂੰ। ਨਾ ਤੈਨੂੰ ਕਿਸ ਤਰ੍ਹਾਂ ਪਤਾ ਮੇਰਾ DNA ਕੀ ਹੈ? ਤੇ ਐਸੇ ਤਰੀ ਜਿਹੜੀ ਉਮਤ ਹੈ ਮੁਸਲਮਾਨਾਂ ਦੀ, ਅਗਰ ਉਹ ਕਹਿੰਦੀ ਹੈ ਕਿ ਅਸੀਂ ਉਮਤ ਹਾਂ, ਹਮ ਸੁन्नी मुसलमान टना टन टना टन, हम एक उम्मत है, एक हो मुस्लिम हरम के पासबान के लिए। अखुवत इसको कहते हैं कि कांटा चुभे जो काबिल में तो हिंदुस्तान का हर पीरो जवां बेताब हो जाए। तो देलो कि कंडा चुभदा है, कंडा चुभदा अपना उथे फलस्तीन ते अगा असी पाकिस्तान ला दिंदे। तो देखो उम्मत है कि नहीं हैगी। मुड़ के ਜਿਹੜਾ ਕੰਡਾ ਚਬਾਉਂਦਾ ਉਹਦੇ ਹੱਥ ਤੇ ਬੈਤ ਕਰ ਲੈਂਦੇ ਨੇ। ਮੈਨੂੰ ਤੇ ਇਹ भाई वो मसलेहत है। अच्छा, मसलेहत के तहत है। क्योंकि इस वक्त ਤੁਸੀਂ ਜਦੋਂ ਪੂਰੀ ਉਮਤ ਨੂੰ ਮੁਖਾਤਬ ਕਰਕੇ ਤੇ ਉਹਦੇ ਤੇ ਤਨਕੀਦੀ ਮਕਾਲੇ ਪੜੋਗੇ ਨਾ, ਤੇ ਫਿਰ ਉਮਤ ਅਹਿਮਦੀਆ ਦੇ ਉੱਤੇ ਵੀ ਕੋਈ ਗੱਲ ਹੋਏਗੀ ਤੇ ਫਿਰ ਕਹਿਣਗੇ ਕਿ ਯਾਰ ਇਹ ਪਤਾ ਨਹੀਂ ਸਾਡਾ ਜ਼ਿਕਰ ਕਿਉਂ, ਮਿਰਜ਼ਾ ਸਾਹਿਬ ਦਾ ਕਿਉਂ ਜ਼ਿਕਰ ਆ ਗਿਆ ਵਿੱਚ। देखो उम्मत अहमदिया ਜਿਹੜੀ ਹੈ ਨਾ, उम्मत अहमदिया ਤੇ ਇੱਕ ਛੋਟੀ ਜਿੰਨੀ ਉਹ ਤੇ ਇੱਕ ਤੰਬੂ ਚ ਪੂਰੀ ਆ ਜਾਂਦੀ ਹੈ। ਉਹ ਠੀਕ ਹੈ, ਲੇਕਿਨ ਔਰ उम्मत ਮੁਹੰਮਦੀਆ ਦੇ ਸਾਈਂ ਉਹਦਾ ਵੀ ਜਦੋਂ ਇਸ ਤਰ੍ਹਾਂ ਨਹੀਂ ਹੈਗਾ, ਵੱਡਾ ਸਾਰਾ ਹਾਲ ਬਣਾਉਣਾ ਚਾਹੀਦਾ। ਜਿਸ ਤਰ੍ਹਾਂ ਦੇ ਤਨਕੀਦੀ ਉਹਦੇ ਤੇ ਤੁਸੀਂ ਜ਼ਿਕਰ ਕੀਤੇ ਨਾ ਟਨਾ ਟਨ ਵਾਲੇ, ਨਹੀਂ ਉਹ ਅਸੀਂ ਨਹੀਂ ਕਹਿੰਦੇ ਨਾ। ਦੇਖੋ ਉਹ ਤੇ ਹੈ, ਮੈਂ ਉਹੀ ਪਿਆ ਕਹਿਣਾ ਉਹਦੇ ਮੁਤਲਕ ਵੀ ਅਹਿਮਦੀ ਸਹਾਬਾ ਔਰ ਅਹਿਮਦੀ ਮਸ਼ਾਹੀਰ ਦੇ ਹਵਾਲੇ ਨਾਲ ਜਦੋਂ ਪੜ੍ਹੀਆਂ ਜਾਣਗੀਆਂ ਗੱਲਾਂ ਕਿਤਾਬਾਂ ਵਿੱਚੋਂ, ਤੇ ਫਿਰ ਤੁਸੀਂ ਇਹ ਮਹਿਸੂਸ ਕਰੋਗੇ ਕਿ ਯਾਰ ਇਹਦੇ ਪੇਸ਼ ਕਰਨ ਦੀ ਕੀ ਜ਼ਰੂਰਤ ਹੈ। ਨਹੀਂ ਅਸੀਂ ਨਹੀਂ ਕਹਿੰਦੇ। ਅਗਰ ਕੋਈ ਹੈ, ਮੈਂ ਬਾਰ-ਬਾਰ ਦਰਖਾਸਤ ਕੀਤੀ ਹੈ ਵੀ ਇਸ ਮਜ਼ਮੂਨ ਦੀ ਤਰਫ ਮਤ ਜਾਓ। ਛੇੜਛਾੜ ਹੁੰਦੀ ਹੈ ਨਾ, ਚਲੋ ਜੀ ਛੱਡ ਦਿਓ ਜੀ। ਕੁਛ ਐਸੇ ਜਾਨਵਰ ਹੁੰਦੇ ਨੇ ਜਿਹੜੇ ਅਗਰ ਉਹਨਾਂ ਦਾ ਮੂੰਹ ਤੁਹਾਡੀ ਤਰਫ ਹੋਵੇ, ਚੱਕ ਮਾਰ ਲੈ ਤੇ ਤੁਸੀਂ ਜ਼ਖਮੀ ਹੋ ਜਾਓਗੇ। ਤੇ ਤੁਸੀਂ ਉਹਨਾਂ ਨਾਲ ਜਾ ਕੇ ਖੇਡਣ ਲੱਗ ਪਓ ਤੇ ਮੂੰਹ 'ਚ ਹੱਥ ਪਾ ਕੇ ਤੇ ਦੇਖੋ ਵੀ ਵੜਦਾ ਕਿ ਨਹੀਂ ਵੜਦਾ। ਤੇ ਮੇਰਾ ਨਹੀਂ ਖਿਆਲ ਕਿ ਇਹ ਖੇਡ ਜਾਂ ਮਸਲਾ ਕੋਈ ਇਤਨਾ ਜ਼ਿਆਦਾ ਅੱਛਾ ਹੈ। ਨਹੀਂ ਖੇਡਣਾ, ਇਹਦੇ 'ਚ ਕਾਫੀ ਸਾਰੇ ਨੁਕਸਾਨ ਦੇ ਇਹਤਮਾਲ ਨੇ। ਠੀਕ ਹੈ, ਬਿਲਕੁਲ। ਫਿਰ ਇੱਥੇ ਅਹਿਮਦੀ ਮੁਖਲਸੀਨ ਆਉਣਗੇ ਕਿ ਜਨਾਬ ਤੁਸੀਂ ਇੱਥੇ ਇਹਨੂੰ ਬਿਠਾ ਲੈਂਦੇ ਹੋ, ਫਲਾਣੇ ਨੂੰ ਬਿਠਾ ਲੈਂਦੇ ਹੋ, ਉਹ ਤਜ਼ਦੀਕ ਕਰਦੇ ਨੇ, ਉਹ ਤਜ਼ਲੀਲ ਕਰਦੇ ਨੇ, ਉਹ ਤਮਸਖਰ ਉਡਾਉਂਦੇ ਨੇ, ਉਹ ਮਿਰਜ਼ਾ ਸਾਹਿਬ ਦੇ ਖਿਲਾਫ ਇਹ ਕਹਿੰਦੇ ਨੇ, ਉਹ ਮਲਫੂਜ਼ਾਤ ਪੜ੍ਹਦੇ ਨੇ, ਉਹ ਫਲਾਂ ਕਰਦੇ। ਫਿਰ ਇਹ ਕਹਾਣੀ ਅੱਗੇ ਸ਼ੁਰੂ ਹੋ ਜਾਏਗੀ। ਓਕੇ ਚਲੋ ਸਾਨੀ ਸਾਹਿਬ ਸਵਾਲ ਬਿਲਕੁਲ ਸਹੀ ਬਾਤ ਹੈ ਨਾ। ਇੱਕ ਮਿੰਟ
ਸੈਣੀ ਸਾਹਿਬ ਮੈਂ ਤੁਹਾਡੀ ਗੱਲ ਮੰਨ ਲਈ ਕਿ ਉਮਤ ਮੁਸਲਮਾਨ ਹੈ, ਉਹਨਾਂ ਨੂੰ ਹੱਕ ਹੈ ਕਹਿਲਾਉਣ ਦਾ। ਜੀ ਜੀ ਆਇਆ ਇਹ ਸਾਨੂੰ ਤੈਯਨ ਕਰਨਾ ਪਏਗਾ ਕਿ ਉਮਤ ਮੁਸਲਮਾਨ ਦੀ ਜਿਹੜੀ ਇਸ ਵੇਲੇ ਲੀਡਰਸ਼ਿਪ, ਉਮਤ ਮੁਸਲਮਾਨ ਨੂੰ ਜੋ ਜਿਹੜੇ ਲੋਕ ਲੀਡ ਕਰ ਰਹੇ ਨੇ ਇਸ ਵੇਲੇ, ਆਇਆ ਉਹ ਇਹ ਕੈਪੇਬਲ ਹੈ ਨੇ ਕਿ ਉਹ ਇਸ ਉਮਤ ਨੂੰ ਲੀਡ ਕਰਨ। ਡਿਫਰੈਂਟ ਮੁਸਲਮਾਨ ਮੁਲਕਾਂ ਦੇ ਜਿਹੜੇ ਸਰਬਰਾਹ ਨੇ, ਆਇਆ ਉਹ ਪ੍ਰੋਪਰਲੀ ਇਸ ਉਮਤ ਨੂੰ ਲੀਡ ਕਰ ਰਹੇ ਨੇ। ਇੱਥੋਂ ਤੁਸੀਂ ਰੇਲਵੇ ਦੀ ਇੱਕ ਪਟੜੀ ਦਾ ਪਹੀਆ ਤੁਸੀਂ ਮੁਲਤਾਨ ਵਾਲੀ ਪਟੜੀ ਤੇ ਰੱਖਿਆ ਤੇ ਦੂਸਰਾ ਰੱਵਾ ਵਾਲੀ ਤੇ ਰੱਖਿਆ, ਤੇ ਉਹਦੇ 'ਚ ਡੱਬਾ ਦੋ ਨੀਮ ਹੋ ਜਾਏਗਾ ਕਿਧਰੇ ਵੀ ਨਹੀਂ। ਦੋਆਂ ਪਟੜੀਆਂ ਤੇ ਹੁਣ ਤੁਹਾਡੀ ਗੱਲ ਵੀ ਮੰਨ ਲਈ ਕਿ ਨਹੀਂ, ਤੁਹਾਡੀ ਮੈਂ ਗੱਲ ਮੰਨ ਵੀ ਲਈ ਹੈ ਕਿ ਇਹ ਠੀਕ ਹੈ, ਉਮਤ ਮੁਸਲਮਾਨ ਕਹਿਲਾਉਣ ਦਾ ਹੱਕ ਹੈ। ਇਹ ਹੁਣ ਜਿਹੜੀ ਤੁਸੀਂ ਫਿਰ ਗੱਲ ਛੇੜੀ ਹੈ ਨਾ, ਇਹ ਮੈਂ ਅਰਜ਼ ਕਰ ਰਿਹਾ, ਉਮਤ ਮੁਸਲਮਾਨ ਦੀ ਕਿਆਦਤ ਦਾ ਕੋਈ ਦਾਅਵੇਦਾਰ ਨਹੀਂ ਹੈ ਕਿ ਮੈਂ ਉਮਤ ਮੁਸਲਮਾਨ ਦਾ ਸਭ ਤੋਂ ਵੱਡਾ ਲੀਡਰ ਹਾਂ ਔਰ ਸਾਰੀ ਉਮਤ ਜਿਹੜੀ ਉਹ ਮੈਨੂੰ ਆਪਣਾ ਰਹਿਨੁਮਾ ਔਰ ਮਾਨੀਟਰ ਮੰਨਦੀ ਹੈ ਕੋਈ ਨਹੀਂ ਹੈ, ਲੇਕਿਨ ਉਮਤ ਹੈ। ਤੁਹਾਡੇ ਆਵਾਜ਼ ਕੱਟ ਗਈ ਸ਼ਾਇਦ, ਮੇਰੇ ਸਿਗਨਲ ਨਹੀਂ। ਅੱਛਾ, ਆਵਾਜ਼ ਆਈ ਹੈ? ਮੈਂ ਅਰਜ਼ ਕਰ ਰਿਹਾ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਉਮਤ ਮੁਸਲਮਾਨ ਦਾ ਲੀਡਰ ਹੈ, ਲੀਡਰ ਕੋਈ ਨਹੀਂ ਹੈ, ਕਿ ਸਾਰੀ ਦੁਨੀਆ 'ਚ ਕੋਈ ਇੱਕ ਲੀਡਰ ਹੋਵੇ ਜਿਹੜਾ ਕਵੇ ਵੀ ਅਸੀਂ ਉਮਤ ਮੁਸਲਮਾਨ ਦਾ ਇਜਲਾਸ ਬੁਲਾਉਣਾ 15 ਅਪ੍ਰੈਲ ਨੂੰ ਤੇ ਸਾਰੀ ਉਮਤ ਮੁਸਲਮਾਨ ਉੱਥੇ ਇਕੱਠੀ ਹੋ ਜਾਏ। ਐਸਾ ਨਾ ਕੋਈ ਲੀਡਰ ਹੈ, ਨਾ ਕੋਈ ਆਡੀਟੋਰੀਅਮ ਹੈ, ਤੇ ਨਾ ਕਿਧਰੇ ਕਿਸੇ ਨੇ ਇਕੱਠਿਆ ਹੋਣਾ ਹੈ। ਠੀਕ ਹੋ ਗਈ ਗੱਲ? ਆਈ ਆਵਾਜ਼ ਕਿ ਨਹੀਂ? ਆ ਰਹੀ ਹੈ। ਜਿਹੜੇ ਇਸਲਾਮੀ ਮਮਾਲਿਕ ਅੱਗੇ ਕੀ ਮਸਲਾ ਤੁਹਾਡਾ? ਅੱਗੇ ਕੀ ਮਸਲਾ ਹੈ? ਇਸਲਾਮੀ ਮਮਾਲਿਕ ਜਿਹੜੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਜਿੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਹੋਣ ਤੇ ਉਹਨਾਂ ਮੁਲਕਾਂ ਨੂੰ ਅਸੀਂ ਇਸਲਾਮੀ ਮਮਾਲਿਕ ਕਹਿ ਦਿੰਦੇ ਹਾਂ। ਫਿਰ ਅੱਗੇ ਕੀ ਗੱਲ ਮਸਲਾ? ਅਗਲੀ ਗੱਲ ਕਰੋ। ਉਹਨਾਂ ਦਾ ਜ਼ਰੂਰੀ ਨਹੀਂ ਕਿ ਉਹ ਮੁਲਕ ਸਾਰੇ ਇਕੱਠੇ ਹੋਣ ਔਰ ਉਹਨਾਂ ਦੀ ਕਿਆਦਤ ਹੋਵੇ, ਜ਼ਰੂਰੀ ਨਹੀਂ। ਸੈਣੀ ਸਾਹਿਬ ਸਿੱਧੇ ਹੋ ਗਏ ਜੀ, ਹੁਣ ਗੱਲ ਕਰੋ। ਮੈਂ ਕਰ ਰਿਹਾ ਹਾਂ ਸਾਰੇ। ਸੈਣੀ ਸਾਹਿਬ ਪਹਿਲਾਂ ਤਾਂ ਪਾਣੀ ਵੀ ਫੈਲ ਦੇ ਨਾ, ਤੁਹਾਨੂੰ ਪਤਾ ਤਾਂ ਕਿਤੋਂ ਬੋਲਣ ਦਾ। ਸੈਣੀ ਸਾਹਿਬ ਬਹੁਤ ਸਿਆਣੇ ਨੇ, ਸਮਝਿਆ ਕਰੋ। ਹਾਂਜੀ ਨਹੀਂ ਰਾਣਾ ਸਾਹਿਬ, ਹੁਸੈਨੀ ਸਾਹਿਬ ਨੇ ਸਫਾ ਸਿੱਧੀਆਂ ਕਰਾ ਲਈਆਂ ਨੇ। ਆਹੋ, ਹੁਣ ਸਹੀ ਨਮਾਜ਼ ਪੜਵਾ ਨਹੀਂ ਸੈਣੀ ਸਾਹਿਬ ਨੂੰ ਚੈਲੰਜ ਕਰੋਗੇ ਤੇ ਫਿਰ ਸੈਣੀ ਸਾਹਿਬ ਨਹੀਂ ਕੋਈ ਵੀ ਮੁਲਕ ਫਤਵਾ ਦਿੰਦਾ ਨਾ, ਫਿਰ ਕਹਿੰਦੇ ਜੀ ਇਹ ਉਮਤ ਦਾ ਇਜਮਾ ਹੋ ਗਿਆ। ਫਿਰ ਟੁਰ ਪਿਓ ਉਸ ਪਾਸੇ। ਹੁਣੇ ਮੈਂ ਤੁਹਾਡੇ ਤੋਂ ਸਵਾਲ ਕੀਤਾ, ਤੁਹਾਡੀ ਇਹ ਗੱਲ ਵਿੱਚੋਂ ਟਾਇਰ ਚੋਂ ਹਵਾ ਨਿਕਲ ਜਾਣੀ ਹੈ। ਕਰੋ ਸਵਾਲ ਕਰੋ। ਕੋਈ ਰੋਲਾ ਨਿਕਲ ਗਈ ਤੇ ਪੈ ਜਾਗੇ। ਅੱਜ ਹੁਸੈਨੀ ਸਾਹਿਬ ਦਾ 3.5 ਸਾਲ ਬਾਅਦ ਪਹਿਲਾ जुमला सख्त देखा कि टायर तो हवा निकल जानी है। यकीन करें तो सख्त जुमला हुसैनी साहब आज तक नहीं इस्तेमाल किया कोई। हुसैनी साहब ना मेरा बड़ा प्यार है। हुसैनी साहब मैंने कुछ भी कह सकते ना, हुसैनी साहब मैं सख्त जुमला मैं हुसैनी साहब का नहीं सुना आज तक। नहीं, ये तो कुरान शरीफ का जुमला है। कुरान शरीफ ये मेरे लिए सख्त नहीं है। ये केड़ा कोई सख्त जुमला? मैं गल कर रहा है टायर तो हवा कट रहा है, एक मजाक है। कुरान शरीफ का कलाम है जो फरमाया है वा तस्मू बिहब्लिल्लाहि जमिया वला तफरकू व तफशलू व तज़हब रिहुकुम। ਤੁਹਾਡੀ ਆਵਾਜ਼ ਨਿਕਲ ਜਾਏਗੀ। ਜਿਸ ਵਕਤ ਗੱਲਾਂ ਦੇ ਦਰਮਿਆਨ ਮਰਬੂਤ ਨਾ ਹੋਣ। ਟਾਇਰ ਦਾ ਕਿਹਾ ਨਾ, ਟਾਇਰ ਦੀ ਹਵਾ ਉਹੀ ਟਾਇਰ ਵਿੱਚ ਹਵਾ ਹੁੰਦੀ ਹੈ ਨਾ ਇੱਕ ਜਗ੍ਹਾ, ਹੋਰ ਹਵਾ ਉਹਦੇ ਚੋਂ ਨਿਕਲ ਜਾਂਦੀ ਹੈ ਟਾਇਰ ਚੋਂ। ਇਹ ਹੋਈ ਉਹਨੂੰ ਵਾਸਤੇ ਅਸੀਂ ਮੁਖਤਸਰ ਕਰਕੇ ਗੱਲ ਕਹਿ ਦਿੰਦੇ ਆ। ਉਹਨਾਂ ਨੂੰ ਪਤਾ ਮੇਰੇ ਥੱਲੇ 18 ਵੀਲਰ ਆ, ਕਿਸੇ ਦੀ ਵੀ ਨਿਕਲ ਸਕਦੀ ਹੈ। ਜਾ ਇਹ ਤੇ ਰਹਿੰਦੇ ਹੀ ਟਾਇਰਾਂ ਦੇ ਉੱਤੇ ਨਾ। ਅੱਜ ਤਾਰਕ ਚੌਹਾਨ ਸਾਹਿਬ ਖਾਮੋਸ਼ ਬੈਠੇ ਨਹੀਂ ਵੀ ਕਿਆਮਤ ਦੀ ਨਿਸ਼ਾਨੀ ਹੈ। ਕਿੱਥੇ ਨੇ ਤਾਰਕ ਚੌਹਾਨ ਸਾਹਿਬ? ਜੋ ਦੋਸਤ ਆਏ ਉਹ ਕਹਿੰਦੇ ਵੀ ਤਾਰਕ ਚੌਹਾਨ ਸਾਹਿਬ ਨੂੰ ਘੰਟਾ ਹੋ ਗਿਆ ਖਾਮੋਸ਼ ਬੈਠੇ ਨੇ, 1 ਘੰਟੇ ਤੋਂ ਬੜੀ ਗੱਲ ਹੈ। ਕੋਈ ਖਾਮੋਸ਼ ਨਹੀਂ ਬੈਠੇ, ਉਹ ਤੇ 2 ਘੰਟੇ ਤਕਰੀਰ ਕਰਕੇ ਗਏ ਨੇ। ਜਿਹੜੇ ਖਾਮੋਸ਼ ਬੈਠੇ ਜਿਨ੍ਹਾਂ ਨੂੰ ਲੋਕਾਂ ਨੇ ਆ ਕੇ ਫਾਇਰਿੰਗ ਕੀਤੀ ਵੀ ਉਹ ਨਹੀਂ ਬੋਲੇ। ਕਿਹੜੇ ਹੁਸੈਨੀ ਸਾਹਿਬ? ਅਲਾਮਾ ਸਾਹਿਬ। ਉਹ ਅੱਛਾ ਬੈਠੇ ਨੇ ਅਲਾਮਾ ਸਾਹਿਬ ਬੈਠੇ। हजरत आमन नज़ीर अय्यदहुल्लाह ताला बिनस्री लजीज। ਹਾਂ, ਉਹ ਕਾਫੀ ਸਾਰਾ ਉਹਨਾਂ ਦੇ ਖਿਲਾਫ ਬੋਲ ਕੇ ਗਏ ਨੇ। ਤੇ ਮੈਂ ਕਿਹਾ ਦੱਸੋ ਤੁਸੀਂ ਵੀ ਆ ਕੇ ਸੁਣਦੇ ਹੋਵੋਗੇ ਤੇ ਹੋਰ ਬੰਦੇ ਵੀ ਸੁਣਦੇ ਨੇ, ਅਲਾਮਾ ਸਾਹਿਬ ਨੇ ਕਿਸੇ ਦੇ ਵੀ ਖਿਲਾਫ ਕੋਈ ਗੱਲ ਕਹੀ ਹੈ? ਤੁਹਾਡੀ ਬਰਾਂਡ ਤੇ ਨਹੀਂ ਕਹਿੰਦੇ। ਇਹਦੇ ਤੋਂ
ਮੁਖਾਲਫੀਨ ਦਾ ਪਤਾ ਲੱਗਦਾ ਹੈ ਕਿ ਕਿਤਨੇ ਝੂਠੇ ਇਲਜ਼ਾਮ ਲਗਾਉਂਦੇ ਨੇ ਔਰ ਇਸ ਤਰ੍ਹਾਂ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਔਰ ਕਿਤਨੇ ਬੁਰੇ ਅੰਦਾਜ਼ ਦੇ ਵਿੱਚ ਕਿਸੇ ਨੂੰ ਪੋਰਟਰੇ ਕਰਦੇ। ਹੁਣ ਚੰਗੇਜ਼ ਖਾਨ ਕਿਤਨੀਆਂ ਗਲਤ ਗੱਲਾਂ ਕਰਕੇ ਗਿਆ ਹੈ, ਮੈਨੂੰ ਵੀ ਆਮਿਰ ਨਜ਼ੀਰ ਸਾਹਿਬ ਨੂੰ ਵੀ, ਅਸੀਂ ਕੁਝ ਵੀ ਨਹੀਂ ਬੋਲੇ, सबर ਨਾਲ सुन लिया, फिर भी ये कहने ने तो सैनी साहब आपने उसको उतारा क्यों नहीं? अगर वो गलत बातें कर रहा था आपने क्यों करने दी? हाँ नहीं ये मुझे बल्कि उन्होंने उतार दिया क्योंकि वो कह रहा था जब तारक चौहान बैठा हो मैं नहीं कर सकता। उन्होंने कहा वो कहते भी इन्होंने उतार दो फिर मैं गल करांगा। नहीं तो आपने कहना था कि तुम गलत कह रहे हो। मैं इन्होंने उतार दिता कि करो गल तो खुद ही लै गए। नहीं लेकिन आपने उसको बात मैं यही चर्चा कर रहा कि उन्होंने कहा कि तुसी इत्थे बिठा लेंदे हो आमर नज़ीर साहब नूं ते चौहान साहब नूं ते साडे मुखालफ ने, तुसी इत्थे 100% अहमदी बिठाओ ते असी आपस विच एक दूसरे दीयां तारीफां करिए और अच्छियां गल्लां करिए। ਤੇ ਤੁਸੀਂ ਇਹ ਨਹੀਂ ਕਿਹਾ ਕਿ ਕੀ ਗੱਲ ਹੈ ਤੁਸੀਂ ਮੈਨੂੰ ਪੈਸੇ ਨਾ ਅੱਗੇ ਵੀ ਸੁਣ ਲਓ ਤੇ ਉਹ ਕਹਿਣ ਲੱਗੇ ਕਿ ਜੇ ਇਹ ਬੈਠੇ ਹੋਣ ਤਾਰਕ ਚੌਹਾਨ ਤੇ ਫਿਰ ਅਸੀਂ ਗੱਲ ਨਹੀਂ ਕਰ ਸਕਦੇ ਤੇ ਮੈਂ ਕਿਹਾ ਲਓ ਫਿਰ ਮੈਂ ਇਹਨਾਂ ਨੂੰ ਲਾ ਦੇਣਾ ਤਾਂ ਕਿ ਤੁਹਾਡੀ ਗੱਲ ਜਾਰੀ ਰਹੇ ਤੇ ਇਹਨਾਂ ਨੂੰ ਮੈਂ ਫੌਰੀ ਤੌਰ ਤੇ ਲਾ ਦਿੱਤਾ ਤਾਂ ਕਿ ਉਹਨਾਂ ਦੀ ਗੱਲ ਜਾਰੀ ਰਹਿ ਸਕੇ ਲੇਕਿਨ ਉਹ ਉੱਥੇ ਛੱਡ ਕੇ ਖੁਦ ਚਲੇ ਗਏ। ਫਿਰ ਤੇ ਉਹਨੇ ਚੰਗਾ ਕੀਤਾ, ਸ਼ਰਮਿੰਦਾ ਹੋ ਗਿਆ ਨਾ ਕਿਉਂਕਿ ਤੁਸੀਂ, ਲੇਕਿਨ ਗੱਲ ਇਹ ਹੈ ਕਿ ਉਹਨੂੰ ਤੁਹਾਨੂੰ ਐਸਾ ਇਹੋ ਜਿਹਾ ਮਸ਼ਵਰਾ ਨਹੀਂ ਤੁਹਾਨੂੰ ਕਿ ਉਹ ਜਿਹੜੇ ਉਹ ਆਪਣਾ ਚੰਗੇਜ਼ ਖਾਨ ਪੈਸੇ ਦਿੰਦਾ ਕਿ ਵੀ ਸਿਰਫ ਸਾਨੂੰ ਬਿਠਾ ਹੋਰ ਕਿਸੇ ਨੂੰ ਨਾ ਬਿਠਾ। ਇਸ ਤਰ੍ਹਾਂ ਮਤਲਬ ਧੂਆਂਧਾਰ ਤਕਰੀਰ ਕਰ ਰਹੇ ਨਾ ਜਾ ਰਹੇ ਧੂਆਂਧਾਰ ਤਕਰੀਰ ਕਰਕੇ ਜਿਹੜੀ ਉਸ ਦਿਨ ਧੂਆਂਧਾਰ ਤਕਰੀਰ ਉਹਨੇ ਕੀਤੀ ਸੀ, ਉਹ ਕੀ ਨਾਂ ਸੀ ਉਹਦਾ, ਜ਼ੀਸ਼ਾਨ, ਉਹ ਸੁਣੀ ਸੀ ਤੁਸੀਂ? ਜੀ ਬਿਲਕੁਲ। ਤੁਹਾਡਾ ਆਪਣਾ ਹੀ ਹੈ ਨਾ ਬਾਸਰ ਸਾਹਿਬ, ਉਹ ਤੁਹਾਡਾ ਆਪਣਾ ਹੀ ਹੈ ਨਾ, ਉਸ ਤੇ ਗਿਲਾ ਕੀ ਉਹ ਸਾਰੇ ਹੀ ਸਾਡੇ ਆਪਣੇ ਨੇ ਯਾਰ, ਮੈਂ ਕਦੀ ਕਿਸੇ ਨੂੰ ਗੈਰ ਕਿਹਾ? ਕਿਹੜਾ ਸਾਡਾ ਆਪਣਾ ਨਹੀਂ? ਨਾ ਜੀ ਰਾਣਾ ਸਾਹਿਬ ਤਸ਼ਰੀਫ ਲਾਇਆ, ਇਹ ਤੁਹਾਡਾ ਆਪਣਾ ਹੈ। हाँ कि मैं तो मेरा शैनी साहब एक छोटा सा इक़्तिबास मैंने पढ़ना था, जरूर पढ़ो। तो जे किसी ने कोई गल पूछनी हो राणा साहब आए ने तो पूछ लो। अस्सलाम वालेकुम, क्या हाल है? वालेकुम सलाम रहमत जी। राणा साहब ਤੁਸੀਂ ਚੁੱਪ ਰਹਿਣਾ, ਇਹ ਹੁਸੈਨੀ ਸਾਹਿਬ ਨਾਲ ਤੁਹਾਨੂੰ ਤੁਹਾਡੇ ਬਟਨ ਤੇ ਐਵੇਂ ਉਂਗਲ ਰੱਖ ਦਿੱਤੀ, ਹਾਲਾਂਕਿ ਤੁਸੀਂ ਮੁਸ਼ਕਿਲ ਨਾਲ ਚੁੱਪ ਰਹਿੰਦੇ ਹੋ। हुसैनी साहब जो जमात की क्रीम है ना वो राणा साहब जमात की क्रीम सही। ਇਹ ਉਹਨਾਂ ਨੇ ਕਿਹਾ ਕਿ ਮੈਂ ਕਰੀਮ सबसे पढ़े लिखा बंदा मेरे राणा ज़ाहिर की गल कर रहे हो का अपनी क्रीम समझो या आइसक्रीम समझो। अच्छा ये सुन ले एक दफा फिर आप बहुत पढ़े लिखे हैं, मुझसे भी ज्यादा पढ़े लिखे। हजरत मसीह मौला इस्लाम फरमाते हैं कि याद रहे कि खुदा ताला के सिफात कभी मुअत्तल नहीं होते, बस जैसा कि वो हमेशा सुनता रहेगा ऐसा ही वो हमेशा बोलता भी रहेगा। इस दलील से ज़्यादा साफ और कौन सी दलील हो सकती है कि खुदा ताला के सुनने की तरह बोलने का सिलसिला भी कभी ख़त्म नहीं होगा। और इससे साबित होता है कि एक गिरोह हमेशा ऐसा रहेगा जिनसे खुदा ताला मुकालमात और मुखातबात करता रहेगा। और मैं नहीं समझ सकता कि नबी के नाम पर अक्सर लोग क्यों चिढ़ जाते हैं। जिस हालत में ये साबित हो गया कि आने वाला मसीह इसी उम्मत में से होगा, फिर अगर खुदा ताला ने उसका नाम नबी रख दिया तो हरज क्या हुआ? ऐसे लोग ये नहीं देखते इसका नाम उम्मती भी तो रखा गया है और उम्मतियों की तमाम सिफात उसमें रखी गई हैं। बस ये मुरक्कब नाम एक अलग नाम है और कभी हजरत ईसा इसराइली इस नाम से मौसूम नहीं हुए। और मुझे खुदा ताला ने मेरी वही में बार बार उम्मती करके भी पुकारा है और नबी करके भी पुकारा है। और इन दोनों नामों के सुनने से मेरे दिल में नहायत लज्जत पैदा होती है और मैं शुक्र करता हूँ कि इस मुरक्कब नाम से मुझे इज़्ज़त दी गई। और इस मुरक्कब नाम के रखने में हिकमत ये मालूम होती है कि ता ईसाइयों पर एक सरजनिश का ताज़ियाना लगे कि तुम तो ईसा इब्न मरियम को खुदा बनाते हो, मगर हमारा नबी सल्लल्लाहु अलैहि वसल्लम इस दर्जा का नबी है कि उसकी उम्मत का एक फ़र्ज नबी हो सकता है और ईसा कहला सकता है, हालांकि वो उम्मती है। और इसमें दूसरी बात ये है जो हजरत मसीह मौला इस्लाम ने यहाँ बयान नहीं की। केड़ी जगह पढ़िया तुसी? मलफूजात होएगा? नहीं, रूहानी खजान जिल्द 21 बराहीन अहमद हिस्सा 5 355 सफ़ा।
تو حضرت محمد صلی اللہ علیہ وسلم کو صرف ایک عیسیٰ ابن مریم نہیں ملا بلکہ 2 عیسیٰ ابن مریم ملے، مرزا صاحب بھی اور جنبا صاحب بھی۔ تو اس سے حضرت محمد صلی اللہ علیہ وسلم کی جو شان ہے وہ اور بھی بڑھ جاتی ہے عیسائیوں کے مقابلے میں، جن کے پاس ایک مسیح ہے، مسلمانوں کے ساتھ 2 مسیح ہیں۔ جنی امت خراب ہوئی ਇਹਦੇ ਨਾਲ ਸ਼ਾਨ ਬਿਲਕੁਲ ਘਟ ਜਾਂਦੀ ਹੈ ਔਰ ਕੁਝ ਵੀ ਨਹੀਂ ਰਹਿ ਜਾਂਦੀ ਜਦੋਂ ਉਹ ਕਹਿੰਦੇ ਨੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਬਗੈਰ ਤੁਹਾਡਾ ਗੁਜ਼ਾਰਾ ਹੀ ਨਹੀਂ ਹੋਇਆ, ਤੁਹਾਡੇ ਪੱਲੇ ਹੈ ਕਿ ਅਸੀਂ ਤੁਹਾਨੂੰ ਸਾਡੇ ਕੋਲੋਂ ਉਧਾਰ ਇਹ ਨਾਂ ਲੈਣਾ ਪਿਆ ਤੇ ਇਹਦੇ ਤੇ ਤੁਹਾਡੀ ਜ਼ਿੰਦਗੀ ਦੀ ਔਰ ਫਿਰ ਉਹਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਤੁਹਾਡੀ ਹਦਾਇਤ ਕਰੇ ਆ ਕੇ। ਹਾਂਜੀ ਨਹੀਂ, ਉਹ ਜਿਹੜੇ ਲੋਕ ਮਸੀਹ ਨਾਂ ਰੱਖਦੇ ਨੇ ਉਹਨਾਂ ਨੂੰ ਇਹ ਜਵਾਬ ਹੈ ਮਸੀਹਾਂ ਦਾ। ਜਿਹੜੇ ਮਸੀਹਾਂ ਨੂੰ ਇਹ ਕਹਿੰਦੇ ਨੇ ਕਿ ਉਹਨਾਂ ਨਾਲੋਂ ਸਾਡੀ ਸ਼ਾਨ ਜ਼ਿਆਦਾ, ਉਹ ਕਹਿੰਦੇ ਨੇ ਸਾਡੀ ਮਸੀਹ ਦੀ ਸ਼ਾਨ, ਅਸਲ ਮਸੀਹ ਤੇ ਉਹੀ ਹੈ ਨਾ, ਹੋਰ ਤੇ ਔਰ ਉਹਨਾਂ ਦੇ ਬਾਅਦ ਆਉਣ ਵਾਲਾ ਹਰ ਮਸੀਹ ਝੂਠਾ ਹੈ। ਕਿਉਂਕਿ ਜੋ ਮੁਸਲਮਾਨਾਂ ਦਾ ਮਤਲਬ ਅਕੀਦਾ ਹੈ ਨਾ, ਉਸ ਹਿਸਾਬ ਨਾਲ ਤੇ ਸੈਯਦੁਲ ਅੰਬਿਆ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਹੋਣਾ ਚਾਹੀਦਾ, کیونکہ انہوں نے جو معجزات دکھائے وہ کوئی نبی نہیں دکھا سکے، مسیح اور جو پھر ہے اللہ نے وہ انہوں اپنے کول بٹھایا ہے، پھر اللہ میاں ہدایت واسطے لوکاں دی مسلماناں دی انہوں نے بھیجے گا بھی کہ ایس تو بڑا نبی کوئی ہو سکتا ہے۔ مسیح جو ہے وہ ایک ٹائٹل ہے، صفاتی نام ہے، نام تو نہیں ہے کہ جو لیا جائے، اور وہ صفات مسیح صفات کسی میں بھی ہو سکتی ہے۔ ہاں یہ آپ کی بات درست ہے، لیکن دوسرے مسلمان ایسا نہیں نہ سمجھتے۔ اور یہ کوئی انہوں نے رجسٹر تو نہیں نہ کرایا ہوا کرسچن نے کہ ساڈا نام ہے۔ صفت ہے کتوں پتہ لگا ماسٹر صاحب؟ یہ کتوں پتہ لگا؟ ہاں جی، یہ قرآن سے، حدیث سے، اور ان کے اعمال سے۔ یہ مسیح نام نہیں، مسیح نام تو نہیں نا صاحب، مسیح نام تو کرنے والا جڑا عیسیٰ نام ہے کہ ماں نے کیا نام رکھا تھا جیسس کرائسٹ کا، جیسے نبی کریم ماں کا نے نام نہیں نام رکھیا، میں یہ تو کہہ رہا تسی جمپ اتنے مار دے ہو، جو طبیعت چاہتا وہ فرماندے چلے جاندے ہو، ٹھیک ہے تہاڈی اتھارٹی تے ہے، تسی کہندے ہو مسیح ایک صفت ہے، اس کر کے میں تانوں پوچھیا ہے کہ مسیح ایک صفت ہے، کنے دسیا تانوں؟ مسیح موعود نے فرمایا نہیں ہم مریضوں کی ہے، تو ہی پہ نظر، تم مسیحا بنو۔ کیا بات، کیا بات! مسیح قرآن عجز آ گیا، ایک گل لدھیانے تو پتہ لگے گی، حالی قرآن تو بات گیا۔ مسیح جو ہے وہ لفظ سیاحت سے نکلا، اگر اس کے ایٹمالوجی بعد نکلے گا، پہلے کتنے جانا ہے؟ تسی فرمایا مسیح ایک صفت ہے، یہ گل تانوں کتھوں پتہ لگی؟ یہ ہمیں پتہ چلی ہے، حضرت عیسیٰ سے ہی پتہ چلی ہے۔ مسیح موعود سے کہے نا، مسیح موعود سے کہے۔ نہیں، میں مسیح موعود سے کیوں کہ مسیح موعود کو بھی تو حضرت عیسیٰ کے اعمال سے پتہ چلا نا کہ انہوں نے کیا کیا، اور خدا تعالیٰ نے اس صفات کو مسیح صفات کہی ہیں۔ نہیں، آپ کے سورہ تحریم میں، سورہ تحریم میں یہ ذکر ہے۔ ہاں، لیکن حضرت عیسیٰ کے اوپر ہی وہ صفات جو ہیں بیان کی گئی ہیں نا، چاہے قرآن نے بتائے تو موجزے تو نہیں ہیں قرآن میں، موجزے لکھے ہوئے ہیں ان کے؟ موجزے یہی ہے کہ انہوں نے اندھوں کو آنکھیں دیں اور مردے زندہ کی۔ قرآن میں آئیے، ہاں بالکل ہے، مردے زندہ کی، ہاں لکھا ہوا وجیہ فی الدنیا والآخرہ۔ اللہ تعالیٰ نے فرمایا، حسین صاحب ذرا کلیئر کر دے، یہ جو موجزے ان کے لکھے ہوئے ہیں، یہ ایسا تو نہیں ہے کہ واقعی کوئی اندھے تھے تو انہوں نے شف پڑی اور آنکھیں آ گئی، یہ نہیں کہ انہوں نے راستہ دکھایا اندھوں کو، یہ اس سمت میں جاتی ہے۔ جب ہمارے نبی معجزہ نہیں دکھا پا رہے، 20 سال تک مکہ والے کہہ رہے ہیں کہ معجزہ دکھاؤ، رسول اللہ نے کہا میں تو بشر ہوں، میں کیسے معجزہ دکھا سکتا ہوں؟ ہم نے قرآن کا کیسے ترجمہ معجزہ دکھا سکتے؟ کشمیری صاحب ہم نے قرآن کا ترجمہ نہیں کرنا۔ آپ کو پتہ ہے مرزا صاحب کے دور میں کچھ میرے میں کرسچن تھے یہ کہ جب ان کو مناظرے کے لیے مرزا صاحب کو بلایا گیا تو انہوں نے مرزا صاحب حاضرے ہار کے سے مناظرہ سننے تو سننا یار، میں نہیں ایسی بات کر رہا، بات کرنے سے پہلے ہی ٹھوک دیتے ہو۔ وہ کرسچنوں نے کیا کیا تھا، لولے لنگڑے اندھے بندے لے کے آگے تھے اور مرزا صاحب کو کہتے ہیں کہ آپ تو مسیح کا دعویٰ آپ کا، تو ان کو ٹھیک کرو۔ مرزا صاحب نے وہ گیم ان پہ الٹا دی، انہوں نے بولا کہ ہم تو مانتے ہی نہیں ہیں، پنڈت لے کے ہاں انہوں نے بولا ہم تو مانتے ہی نہیں ہیں یہ چیز کہ عیسیٰ علیہ السلام کوئی معجزہ دکھاتے تھے۔ سوری عبداللہ اچھا یہ کہا میں نے تو جو غیر احمدیوں کے منہ سے وہ تو بڑا مذاق اڑاتے ہیں، انہوں نے کہا مذاق نہیں، انہوں نے بولا بھائی ہمارا عقیدہ ہی نہیں ہے، یہ آپ کا عقیدہ ہے،
وہ گل تو سن لو ان کشمیری مرزا صاحب نے ان کی گیم ان کے اوپر الٹائی. اوہو تو آپ کہہ رہے ہیں موجے دکھایا, موجہ کوئی نہیں ہے ان کا, موجہ میرے نہیں خیال. تو سینی صاحب ذرا انٹرویل کریں اور ذرا بتائیں اس بارے میں. انہیں ذرا موقع دیو نا. حسینی صاحب نے بھی وہی بات کرنی ہے. حسینی صاحب مسلمان ہیں, انہوں نے وہ کہتے ہیں کہ قرآن کا جو ہے نا وہ ترجمہ نہیں کرنا. اگر قرآن کہتا ہے نہیں, انہوں نے کیا میں نے مرزا صاحب کی اس لیے مثال دی ہے کہ اگر موجزہ ہوتا تو کہتے قرآن میں لکھا ہوا ہے. انہوں نے نہیں کہا, انہوں نے کہا بھائی ہمارا عقیدہ نہیں ہے قرآن کا, یہ آپ کا عقیدہ ہے بائبل کا. نہیں تو وہ اسی لیے تو انہوں نے کہا کہ مرزا صاحب کو کہ تو کون ہے, ہم تمہاری جو ساری امت ہے مانتی ہے کہ ہاں. تو سینسر جو بات میں نے کی ہے تھوڑی آپ اس میں اور وضاحت کر سکتے ہیں. نہیں وہ وضاحت کی ضرورت نہیں ہے, میں سمجھتا ہوں آپ کی بات, مجھے پتہ ہے مکمل طور پہ جو آپ بات کر رہے ہیں. پر بات تو یہ ہے کہ پھر عیسائیوں نے کہا نا کہ بھئی بات تو یہ ہے کہ تیری پوری امت مانتی ہے کہ آسمان پہ بیٹھے ہوئے ہیں وہ, انہوں نے واپس بھی آنا ہے, اور انہوں نے اندھوں کو آنکھیں دی اور مردے زندہ کرتے تھے. یہ وہاں نہیں لکھا ہوا ویسے, انہوں نے کہا عیسائیوں نے. نہیں میں جانتا ہوں, مجھے پتہ ہے, لیکن میں کہتا ہوں کہ امت مسلمہ جو ہے ساری, جو 2 بلین کے قریب ہے, جن کے 52 53 57 ملک ہیں, وہ سب یہ مانتے ہیں کہ نہیں؟ کیا مانتے ہیں؟ کہ حضرت عیسیٰ نے اندھوں کو آنکھیں دی, مردے زندہ کیے, اور وہ آسمان پہ چڑھ گئے اور واپس آئیں گے. جو جہاں تک تعلق ہے کہ وہ یہ مانتے ہیں جو قرآن شریف میں لکھا ہوا ہے, تو ایسا ماننے میں ان کا قصور کیا ہے؟ مجھے نہیں پتا قصور ہے کہ نہیں. میں بھی یہی کہتا ہوں کہ مرزا صاحب تو امت کے اور قرآن کے خلاف گئے نا, یہ کہہ کہ نہیں ایسا نہیں ہوا, میں نہیں مانتا. کیا کہہ رہے ہیں؟ میں نے عرض کی ہے کہ اگر قرآن میں بھی لکھا ہوا ہے اور امت کا بھی اجماع ہے, قرآن کی وجہ سے کہہ لیں. نہیں, اس کے اجماع کی تو ضرور, جو کچھ قرآن شریف میں لکھا ہو. میں وہی کہہ رہا ہوں کہ اگر قرآن کی, آپ نے یہی پوچھا نا کہ اگر قرآن میں لکھا ہو تو اس میں امت کا کیا قصور ہے, آپ نے یہی کہا نا. ہاں, جو قرآن شریف میں لکھا ہے وہی مانیں گے نا. ہاں, تو میں وہی کہہ رہا ہوں نا کہ لیکن مرزا صاحب اس کے مخالف گئے ہیں نا, انہوں نے کہا نہیں میں نہیں مانتا اس کو. مرضی ہے پھر ان کی. ہاں وہی نا, جواب کے طور پہ کیا نا, کیونکہ ہم تمثیلی مانگتے ہیں, لیکن اس وقت ان کو لاجواب کرنے کے لیے. انہیں وہ کتنے لاجواب ہوئے نے, ہار گئے نے مناظرہ ہونا, لاجواب کتنے ہوئے یہ تھے. انہیں بلال بیچارہ اتنے ہے نہیں تو وہ کہے گا, تم دسے گا کہ ہار گئے تھے. عبداللہ آتم کیتا ہے, اس نے عیسائیت کی حقانیت کو قائم کیا اور ثابت کیا ہے کہ میرا نبی اور میرا دین زیادہ مضبوط اور سپیریئر ہے. اور جیسے ابھی کہا گیا حسینی صاحب نے کہا کہ آخر کا تو تمہیں نام بھی ادھارا لینا پڑتا ہے مسیح کا. ٹرمپ علیہ السلام نے بھی ثابت کرتا رہا نا, ساری امت دے گوڈے ٹکاتے نے جھوٹیاں اگے. وہ سان نہیں پتا بھائی, تو اپنا تو جانتے مسلمان جانن, تو کہ ٹائم دی جو مرضی کہے. ٹرمپ علیہ السلام نے گوڈے ٹکائے نہیں پوری امت دے, کرو سائن دے ابراہیم گاڑ تے کڑی ہے. گوڈے 57 ملک نے, 1 کلو ایٹم بم سعودی عرب کو بھی آ گئے, ایویں کچھ نہیں تھا. یہ اگر ایسی ویسی بات ہو بھی جائے تو یہ امت کے اوپر اس وقت وہ ہے, کیا اس کو کہتے ہیں, ابتلا ہے, اس سے گزر رہی ہے, اور یہ ایسا ہوتا رہتا ہے. اچھا پھر ٹھیک ہے, تو ایسی کوئی بات نہیں ہے. ابتلا ان پہ آزمائش کی گھڑی ہے, تو اس میں کیا فرق پڑتا ہے. تو 57 ملک نا, ان میرے ورگا بندہ کی گل کرے, ساڈے کول تو اپنا زمین بھی نہیں آ گئی. انہوں سے ذیشان آیا, وہ کہندا ہمارا ملک چھوڑ دو, ہمارے نبیوں کو چھوڑ دو, خدا کے لیے ہماری نمازیں چھوڑ دو, ہمارے دین کو ہمارے لیے رہنے دو, تم مریخ پہ چلے جو, ہماری گندم مت کھایا کرو, ساڈا پانی مت پیا کرو, ساڈی آکسیجن نہ سونگیا کرو. میں کہا ٹھیک ہے یارا, میں کہڑے پاس کفارے مکہ کہندے نے ساڈے طرح حج کرنا چھڈ, کفارے مکہ بھی کہندے نے ساڈے طرح حج کرنا چھڈ دیو, ساڈے طرح قربانی کرنی چھڈ دیو, مجوسی کہندے ساڈے طرح نمازاں پڑھنیاں چھڈ دیو, عیسائی کہندے ساڈے طرح منارے بنانا چھڈ دیو. یہ چھڈ دے کوئی شے, دوجیاں کو چھڈان دے نے, آپ نہیں چھڈ دے دوجیاں دا مال. وہ دیکھو, وہ جو ہیں وہ رسول اللہ کے آنے کے بعد شار اسلام بن گئے, اس لیے ابھی ان کا بھی کوئی حق نہیں ہے. پہلو جو نے سکے اس وقت کوئی آرگنائز جماعت نہیں تھی کہ وہ رجسٹر کرواتے, تو ابھی اس کے کہانی پائی ہے نا, نہیں اجڑی کہانی پائی ہے نا کہ
حضرت اسماعیل ਨੂੰ ਛੁਰੀ ਫੇਰਨ ਲੱਗੇ ਤੇ ਅੱਲਾ ਨੇ ਕਿਹਾ ਦੁੰਬਾ ਕਰ ਲਾ। ਇਹ ਜਿਹੜੇ ਕੁਫਾਰੇ ਮੱਕਾ ਸੀ ਇਹ ਦੁੰਬੇ ਕਰਦੇ ਸੀ, ਮੁੜ ਕੇ ਉਹਨਾਂ ਦਾ ਖੂਨ ਆਪਣੇ ਦੇਵਤਾ ਦੇ ਉੱਤੇ ਨਿਚੋੜ ਕੇ ਤੇ ਗੋਸ਼ਤ ਰੱਖਦੇ ਸੀ ਉਹਦੇ ਪੈਰਾਂ ਦੇ ਵਿੱਚ, ਤੇ ਉਹਨੂੰ ਬਰਕਤ ਪੈਂਦੀ ਤੇ ਫਿਰ ਖਾਂਦੇ ਸੀ। ਉੱਥੇ ਇਹ ਕੁਰਬਾਨੀ ਆਈ ਆ, ਇੱਥੇ ਹਜ਼ਰਤ ਇਸਮਾਈਲ ਦੀ ਸਟੋਰੀ ਘਟਦੀ ਵਿੱਚ ਨਾਲ ਪਾਤੀ ਹੈ। ਅਜੀਬ ਲੋਕ ਨੇ ਯਾਰ। ਅੱਲਾ ਹੀ ਜਾਣੇ ਭਾਈ, ਸਾਨੂੰ ਨਹੀਂ ਪਤਾ, ਸਾਨੂੰ ਕੀ ਪਤਾ। ਅਸੀਂ ਤੇ ਲੰਗਰ ਤੋਂ ਰੋਟੀ ਖਾਣਾ, ਸਾਡਾ ਖਲੀਫਾ ਕਹਿੰਦਾ ਇਹ ਰੋਟੀ ਖਾ ਲਓ, ਅਸੀਂ ਖਾ ਲੈਣੇ। ਅੱਜ ਵੀ ਕੁਫਾਰੇ ਮੱਕਾ ਕਰਦੇ 3 ਦਿਨ ਸੀਟੀਆਂ ਮਾਰਦੇ ਸੀ, ਅਲਬ ਨੰਗੇ ਤਵਾਫ ਕਰਦੇ ਸੀ ਆਪਣੇ ਬੁੱਤਾਂ ਦਾ, ਤੇ ਉਹ ਤੋਂ ਅੱਜ ਤੁਰ ਪਿਆ ਆ। ਇਹ ਜਿਹੜੇ ਕੁਫਾਰੇ ਮੱਕਾ ਸਨ ਸੁਨਤਾਂ ਵੀ ਕਰਾਉਂਦੇ ਸਨ ਕਿ ਨਹੀਂ? ਸੁਨਤਾਂ ਕਰਾਉਂਦੇ ਸਨ सिर्फ यहूदी थे मुसलमान। ਯਹੂਦੀਆਂ ਤੋਂ ਆ ਗਈਆਂ ਸੁਣਦਾ, ਇਹ ਵੀ ਕਰਾਣੀਆਂ ਬੰਦ ਕਰੋ। ਯਹੂਦੀ ਕਹਿੰਦੇ ਸਾਡੇ ਤਰ੍ਹਾਂ, लेकिन कुफारे मक्का जो थे वो यहूदी तो नहीं थे, वो तो पेगन्स थे, बुत परस्त थे। ਉਹ ਤਾਂ ਕੋਈ ਕੁਛ ਇਧਰੋਂ ਲਿਆ ਆ, ਕੁਛ ਉਹ ਮਜੂਸੀਆਂ ਕੋ ਫੜ ਲਈਆਂ ਨਮਾਜ਼ਾਂ, ਕੋਈ ਇਧਰੋਂ ਕੁਫਾਰੇ ਮੱਕਾ ਦੇ ਬਾਅਦ ਫੜ ਲਿਆ, ਕੋਈ ਯਹੂਦੀਆਂ ਕੋ ਫੜ ਲਿਆ, ਕੋਈ ਕ੍ਰਿਸਚਨ ਤਰ੍ਹਾਂ ਕਰ ਲਈ ਗੇਮ, ਏਦਾਂ ਬਣਿਆ। ਮਤਲਬ ਹੋਰ ਕੀ ਹੈ, ਇਧਰ ਉਧਰ ਦੀਆਂ ਚੀਜ਼ਾਂ ਕੱਢੀਆਂ ਹੋਈਆਂ, ਆਪਣਾ ਤਾਂ ਕੁਛ ਵੀ ਨਹੀਂ ਹੈ। हुसैनी साहब, मैं एक सवाल पूछना चाहता हूँ। जी जी जरूर। हुसैनी साहब, तारिक चौहान साहब पिछले कोई 1.5 महीने से अहमदियों से लड़ रहे थे कि मिर्जा साहब का तो नबी का दावा ही नहीं है, और अभी 5 मिनट पहले जो तहरीर पढ़ रहे थे, लोग पता नहीं क्यों परेशान नबी के लफ्ज से इतना छेड़ते हैं। उसी अल्लाह ने मुझे नबी कहा है, उसी अल्लाह ने मुझे रसूल कहा है। ये पता नहीं क्या बंदा है, या आप पागल है या हमें पागल। तेरी अकल से कुछ नहीं जानता। कई दफा मैंने कहा है मुजद्दद की हैसियत से वो नबी और रसूल थे, और यही उन्होंने कहा कि ये ज़िल्ली नबूवत का सिलसिला क़यामत तक जारी। चौहान साहब, तुम मिर्जाइयां टाइम आ गया है, आपको बस जल्द से जल्द भर्ती करा देना चाहिए। उम्मती नबी ने क्या दार से साहब ये तारक में कहते हैं ये तो ही जड़े ने तुसी खलीफा बना के बैठे हो ते ਤੁਹਾਨੂੰ अकल आंदी है कोई? नहीं, तारक चौहान साहब मानते तो आना तारा के रंग में, आप कहते हैं ना। हाँ, इस सारा के रंग में नबी नबी नहीं ना होता, यही कहते हैं। मिर्जा साहब यही कह रहे हैं। ये लफ्ज इस्तेमाल करने शुरू कर यार कश्मीरी साहब, ये तारिक चौहान साहब को आप ले जाएं और पागल खाने में भर्ती करा दें, स्वीडन में पैसे नहीं लगते। तो अपने खलीफा नु किते जाके जमा कराओ। देखिए, आप कुछ शुरू करते हैं तो फिर वो आपको खामोश बैठे थे, पता है वो कश्मीरी साहब, अगर 20 करोड़ हीजड़े मिलकर भी आराम से आप तो नहीं निकाल रहे ना वाटर भाई, अब तो उनको कश्मीरी साहब अब स्टार्ट किसने किया, चेक करें जरा। वाटर ने तो नबूवत की बात की, उसने तो कोई नहीं, वाटर साहब ने बोला, पता नहीं कुछ बोला तो उन्होंने। मुझे वो कह रहा है कि इसको पागल खाने में बोल रहा है कि दाखिल करो ऑर्डर भाई। उसको मैं कहता हूं अपने हीजड़े खलीफा ਅੱਜ ਗੇਮ ਵਾਟਰ ਨੇ ਸ਼ੁਰੂ ਕੀਤੀ ਹੈ, ਵਾਟਰ ਨੂੰ ਹਮਕਲਾਮ ਵਿੱਚ ਹੋਣਾ ਬਣਦਾ था। बिल्कुल पर्सनैलिटी डिसऑर्डर होता है, ये जान के पंगा लेंदा है। वो चाहता है कि ਇਹਦੇ ਹੀਜੜੇ ਖਲੀਫਾ ਦਾ ਯਾਦ ਕਰਵਾਇਆ ਜਾਏ ਇਹਨੂੰ। पंगा लो, चुप करके बैठा है। जॉन साहब समझदार हो, पर्सनैलिटी डिसऑर्डर है। कि वो नबी यही लड़ते रहे। मेरे भाइयों, चौहान साहब को पर्सनैलिटी डिसऑर्डर है। वो नबी इस तारा के रंग में वो नबी हमने तो अब तक कहता है, और यार सुबह के टाइम का मतलब भेजा हुआ होते हैं, मुजद्दिद ने भेजा हुआ। पहले तुम्हारे इस्तियारे सारे बंद होते हैं। चलो तेरी कब्ज खुल गई है, अपने खलीफा दी भी खोल दे जाके। प्यारे भाई, अच्छा बोला, खामोश बैठा था तारा जुनैद साहब। पर्सनैलिटी डिसऑर्डर है, वो थोड़ा सा मसला। अब ये फिर बकवास कर रहा है नदीर मिर्जाई। अब मैं इसकी पेरिस याद कराऊंगा तो इनकी जान टिकट निकलेगी ना। माहौल खराब हो जाता है इस तरह। नहीं, मिर्जाइयों को दिल होता है कि इनकी छतरौल हो, इनको नींद नहीं आती उसके बगैर। वो बंदा कहता है कि मैं उसको बुरा कहा करे। कश्मीरी भाई, आप तो मेरे दुश्मन ही हो गए हैं। जब मैं पर्सनैलिटी डिसऑर्डर है तुम्हारे। वाटर भाई पता क्या, जो आपको बुरा कहते हैं, आप तो दुश्मन बन चुके हैं। सारे इस्लाम से उसको ठुड्डा ये मार तो के शुक्रिया निकाला हुआ अदा करना है। वो कहता है मैं खलीफा ऑफ इस्लाम हूँ। जिस तरह ये उससे बड़ी बेअकली और क्या हो साहब का सकती पॉइंट और ये यार रखते हैं, टके का चौहान पॉइंट साहब। इससे बड़ी और बेअकली क्या हो सकती है, जिसको ठुड्डा मार कर इस्लाम से निकाला है। कहता है मैं खलीफा ऑफ इस्लाम हूँ। हुसैनी साहब, जिस ये तरह तारक जुवैद ये डिसऑर्डर नहीं है।
پرسنالٹی صاحب دے ایک ایک لفظ نو ڈیفینڈ کر دین کوئی ہے اور احمدی ایسا کوئی بھی نہیں ہے کرتا کوئی نہیں ہے مرزائیاں نو تے روحانی خزانے دے نا تو ٹٹیاں لگ جاندیاں مرزائیاں نو بہت بڑا جھوٹ ہے صبح کے ٹائم یہ نبی نہیں مانتا شام کو نبی مان لے گا بہت بڑا جھوٹ ہے ایسی زبان آپ پہ سوٹ نہیں کرتی ٹھیک ہے یہ غلط بات ہے یہ ابھی غلط بات ہے یہ بمباسٹک بھائی بات کرے تھے میں تو وہ سن کے اوپر آیا تھا بلال اس بھائی بھی کو آ گئے جوان کو نا پاگل خانے میں نا فری میں داخلہ یہ سن لو اپنے مرزائی ہجڑے کی باتیں اچھا حسینی صاحب ان دونوں کا سوال ہجڑے ہے خلیفہ دا ہجڑا پیروکار کی کہہ رہے حسینی سن لو صاحب یار ایزی ہو جو طارق صاحب اچھا یہ بلال حنیف صاحب آگے بلال بھائی میں وہ بمباسٹک بھائی بات کر رہے تھے آپ تھے نہیں ادھر ہی آپ دونوں کو اتار دیں ہاں جی جو دونوں غلط نہیں طارق چوہان صاحب نے کوئی شروعات تو نہیں کی نا یار میں نے تو کچھ بھی نہیں شروع کیا آرام اس سے نے شروعات تو نہیں کی کرو پتہ پنگا لے لگ رہے جاتا ہیں کی گل کرو لڑو نا ہاں جی چلو چھڈو جی بلال صاحب ادھر ہی آگے بلال بھائی بلال بھائی موجود نہیں گل کرو وہ آپ تھے نہیں بمباسٹک بھائی بات کر رہے تھے میں نے بس یہ کنفرم کرنا تھا عبداللہ آتم جیتا تھا مرزا صاحب کے مقابلے پہ جب وہ مناظرہ ہوا تھا عبداللہ آتم کے ساتھ تو اس میں کون جیتا تھا کس میں عبداللہ آتم کے ساتھ جو مناظرہ ہوا تھا کیا حضرت مسیح موعود علیہ السلام کا کون جیتا تھا اس میں مقدس جو ہوئی تھی جنگ مقدس آپ 2 منٹ مجھے دیں گے اچھا چلو ٹھیک میں تو بس کنفرم کرنے آ رہا تھا اوکے نہیں مسلمانوں کے مطابق تو اسلام کو شکست فاش ہوئی تھی یہ بلال بھائی بتائے گا اب اس کا ان پہ سانی صاحب کوئی کتاب بھی ہے نا مرزا صاحب کی انجام آتم کچھ اس طرح نہیں وہ انجام آتم لیتا ہے جو اس مباحثے کی روایات ہے وہ جنگ مقدس پہ چھپی ہوئی ہے چیمہ صاحب بھی تشریف لائے ہیں جی چیمہ صاحب ہماری بڑی خوش قسمتی ہے چیمہ صاحب ساری پیاری شخصیت ہے سب تو چیمہ صاحب کی حال ہے سنسر شیما صاحب نے چودی کی کہ شجاعت دی تصویر لائی آج تک میں پڑھا رہا نا جی بس وہ متاثر ہے نا انہوں کو ٹک ٹاک انہوں نے صحیح شہرت دے رہے ہو تسی جی چیمہ بھائی جی بالکل نہیں جو چودھری شجاعت صاحب کی ان کا ایک خاص امتیاز ہے دوسرے لوگوں سے کہ پولیٹیشین کی تو ویسی بات سمجھ نہیں آتی لیکن ان کی شجاعت صاحب کی تو بالکل نہیں سمجھ آتی یہ ان کا امتیاز ہے دوسرے پولیٹیشین سے اب وہ پتہ ہے وینٹیلیٹر پہ ہیں اور ان کو بھی بنایا کبڈی کا پتہ نہیں وہ کیا چیئرمین ہاں دیکھیں ان میں کیسے وہ وینٹیلیٹر پہ ہیں کبڈی کے اہم شخصیت ہے نا تھیٹر پہ کھیل تو سکتا ہے نا ڈائریکشن کوچ تو کر سکتا ہے نا کوچنگ کر سکتا ہے اس کی چل نہیں سکتے بیٹھ بھی نہیں سکتے زیرک سیاستدان ہے وہ طارق صاحب علماء پہ آپ اشاروں کے ساتھ کوچنگ کر رہے ہیں نہیں یہی تو کہہ سکتے ہیں وہ پھاڑ لو یا انو چھٹ دے میں علماء بھائی تھوڑا بہت وہ گائیڈ کر سکتے ہیں ہاسپٹل سے بھی وہ ابھی تو وہ مشین بھی ہے نا کہ جو وہ جو نہیں تھا اسٹیون ہاکنگ کے لیے آنکھوں کے اشارے سے وہ یوز کرتا تھا ہاں جی تو دیٹ کمپیوٹر از اویلیبل کہ آنکھوں کے اشارے سے آپ کر سکتے ہیں ورچوئل انسٹرکٹر ہوں گے نا وہ ورچوئل انسٹرکٹر تو اسٹیون ہاکنگ کی جو ایجاد ہوا تھا اس کے لیے دیٹ کمپیوٹر از اویلیبل نہیں اب تو بہت اور ترقی ہو چکی ہے اس میں اب آپ صرف سوچیں تو وہ حرکت کرے گا یار ویسے میں سوچتا ہوں کبھی کبھی کہ 500 سال بعد اگر یہ دنیا رہی تو ٹیکنالوجی یہ دنیا کس حال میں ہوگی یعنی ٹیکنالوجی کہاں تک ہوگی 500 سال بعد پتہ نہیں احمدی بہت ہو جائیں گے نہیں احمدی تو 300 سال میں ہوں گے نا کور 3 سال میں 300 سال لیکن میں 500 سال کی بات کر رہا ہوں لیکن 800 سال کے بعد تو قیامت آ جائے گی لیکن طارق چوہان صاحب دیکھ سوچیں آج اتنی ٹیکنالوجی ہے تو یہ 500 سال بعد بندے اڑیں گے میرے خیال میں بس ایسے ہی بٹن ہوگا کوئی ہاتھ میں اڑ کے تھے ادھر جانا ہوا جدھر اب بھی اڑ تو اب بھی نہیں چھوٹی سی مشین میں نے دیکھی ہے کہ ہے تو پیروں پاؤں پہ لگاتے ہیں تو وہ جا رہا ہے پیچھے پکا لا لو تو چڑھ جاؤ گے ہاں وہ ہے آج کل مشین اس سے بھی چھوٹی پکھے کا سائز مناسب ہونا چاہیے تھا بدن کے ساتھ کپڑا ہی نہ کھینچ لے بنا پیچھوں نہ نہیں تو پھر کپڑا نہیں نہ پانا ننگے چڑھنا ہوگا پکا لاؤ تے اور نال تھرسٹ پروڈیوس ہوئے گا تے تسی تے چلے جاؤ یعنی میں اب 70 سال عمر میری تجاوز کر چکی ہے میں خود سوچتا ہوں کہ جب میں لڑک پن میں تھا کبھی سوچ بھی نہیں تھا سکتا کہ اس طرح کی کوئی ایجادات آئیں گی
वो इतना कुछ हमने देखा है, कहाँ से बात शुरू हुई। पहले वो टीवी नहीं था, एक वक्त ऐसा था, फिर टीवी आया ब्लैक एंड वाइट, उसमें कभी कभी प्रोग्राम आते थे, फिर एक ऐसा। तारक चौहान साहब, आपको ये चीज याद है कि छोटे छोटे लोग होते थे, एक आता था अमेरिका का वो ड्रामा स्टार ट्रैक, हाँ ये कोई 40-45 साल पहले का ड्रामा है। मेरा अभी भी फेवरेट लगता था है। वो, फेवरेट। आप ये देखें उस वक्त, ये जिस तरह अब हम फेस टाइम पे बातें करते हैं ना फोन पे, हम ये दरवाजे ऑटोमेटिकली खुलना, ये स्क्रीन, उस टाइम उन्होंने दिखाते थे, उन्होंने दिखाया था। और आज ये देखें कि सारा ये कुछ। चीज आज ये 25 साल पहले तक तो ये सिस्टम ही नहीं, फोन ही नहीं थे, वो छोटे छोटे नोकिया के या बड़े बड़े वो हाथ से पूरे बाजू जितना जो कोडलेस फोन चला था, ये 25 साल पहले कंप्यूटर। बल्कि आप सोचें, जो कंप्यूटर का प्रोफेसर था ना, उसने उस वक्त पेशगोई की थी कि आइंदा मुस्तकबिल में एक वक्त आएगा कि कंप्यूटर का वजन 20 किलो से ज्यादा नहीं होगा। आप सोचें। उसने कहा 20 किलो, उसने बड़ी बात की थी, क्योंकि उस वक्त पूरा कमरा भरा होता था ना कंप्यूटर से। अभी कहते हैं कि खुदाई में यूनान में 10,000 साल पुराना एक कंप्यूटर मिला है, कोई 10,000 साल पुराना। हाँ जी, 10,000 पुरानी कंप्यूटर। वो फेक न्यूज़ है, वो रियल नहीं। हाँ, झूठ है तो सारा। अच्छा, पर कंप्यूटर लाजमी नहीं, जो कंप्यूटर आप देखते हैं कि लॉजिक का तो इंसान को पता था ना, 0101 का, वो तो बड़ी पुरानी। यहाँ एल्गोरिदम जो है वो तो 1400 साल पहले मुसलमानों ने इजाद कर दिया था और समझ गए थे। ख्वारिज़मी जो मैथमेटिशियन था, उसने एल्गोरिदम का कॉन्सेप्ट तो आपको दे दिया था। और दूसरे के जो इजिप्शियंस, एंशिएंट इजिप्शियंस हैं, उनके पास बहुत सारी मालूमात थी जो आजकल तक नहीं है। जिस तरीके से उन्होंने अहराम मिस्र बनाए हुए हैं, वो बड़ी प्रिसीशन से वो बनाए हुए हैं। हाँ, पिरामिड्स जो हड़प्पा जो है, समझ नहीं आती, इतने बड़े बड़े पत्थर कैसे रखे हैं उन्होंने। और तो वो यही कहते हैं ना, इंक्लाइन प्लेन जो है जिससे एफिशिएंसी बढ़ जाती है, वो यूज किया था उन्होंने जी। और वाकई जो अगर 10 कमांडमेंट देखें तो इसमें यही दिखाया गया कि कैसे वो लोग ऊपर घसीट होते हैं, साथ ऑयल डालते हैं, लुब्रिकेट करते हैं ताकि फ्रिक्शन कम हो, और ऊपर घसीट के लेके जाते हैं। तो इसी तरह मैथमेटिक्स में भी जो लॉजिक और बूलियन अलजेब्रा था, जिसको अभी हम कहते हैं, वो ऑलरेडी लोग यूज कर रहे थे, लेकिन वो नाम किसी और को मिला। ऑलरेडी चीजें थी, लेकिन किसी ने पढ़ के डिस्कवर करके, जैसे जो कैलकुलस है वो लेबनीज ने पहले ही इन्वेंट कर लिया था, उसको पता था कि इंटीग्रेशन कैसे है, तो एनर्जी है कैसे, लेकिन वो जिम्मेदारी लग गई जी न्यूटन के, क्योंकि ही वाज फ्रॉम द रॉयल फैमिली, कि जी इसने फाइंड किया है हाउ टू फाइंड द एरिया अंडर द कर्व यूजिंग द इंटीग्रेशन। तो इस तरह कई ऐसी चीजें हैं। जैसे रिसेंट ईयर्स में ये जो था व्हाट डू यू कॉल हाइड्रोलिसिस, या पानी जो ये इलेक्ट्रिक गाड़ियां हैं, जैसे फ्यूल सेल जिसको कहते हैं, फ्यूल सेल। अभी फ्यूल सेल जो है वो 150 साल पहले इन्वेंट हो गया था और वो यूज हो रहा था, लेकिन वो नाम किसके लगा? बेलियट के, जो कंपनी है अमेरिकन। दूसरी आप सोचिए ना, अगर वो खास सेब जो न्यूटन के सर पे गिरा था, वही वाला किसी और पे गिरता तो वो भी ये थ्योरी बना लेता। वो तो धोखे कहा गया ना, वो नहीं ना समझा। जी मूसा भाई, क्या पूछ रहे थे आप पूछे। मैं पूछ रहा था, जंग मुकद्दस में अब्दुल्ला अथम जो है वो जीता था कि मिर्जा साहब जीते थे? किसमें? मुनाजरे में? मुनाजरे में, हाँ जी। ये मुनाजरे में तो फैसला नहीं हुआ। अगर आप खुद सोचे, एक कॉमन सेंस की बात है ना, अगर मुनाजरे में फैसला हुआ होता तो पेशगोई क्यों होती? क्या ख्याल है? सॉरी, कम अगेन, क्या आपने दोबारा बताइएगा? मैंने कहा अगर मुनाजरे में फैसला हुआ होता तो पेशगोई क्यों होती? मुनाजरे में मैं तो आपसे पूछा था हुआ क्या था, कौन जीता था, उसमें क्या बना था फिर? उस मुनाजरे में कोई फैसला नहीं हुआ। मिर्जा साहब ने उन्हें कहा था कि तुम निशान दिखाओ, अगर तुम नहीं दिखाते तो मुझसे मांगो, मैं निशान दिखाता हूँ। तो बारिश हो गई थी तो मैच ड्रा हो गया। ठीक है, उसके बाद मिर्जा साहब ने पेशगोई कर दी। अगर होता तो मिर्जा साहब तो उधर ही कहते ना कि मैं तो मुनाजरा जीत चुका हूँ, तो पेशगोई की तो जरूरत ही नहीं थी। पेशगोई की ही इसलिए है क्योंकि मुनाजरे का कोई फैसला नहीं हुआ। जी ठीक, सिंपल सी बात। हाँ, एक दो चीजें हैं कि मिर्जा साहब का एक साला था और एक उनका कोई मानने वाला था, यूसुफ पठान गालबन, क्या नाम था उसका तारक भाई? यूसुफ पठान। हाँ, ये दोनों मसीही हो गए थे।
बस इतना सा बता। ये बात सही है वैसे बिलाल भाई, सैनी साहब ये बात ठीक कर रहे हैं बिलाल भाई। तो जाहिर है वो अपना मुनाजरा हार गए, तो उन्होंने कहा ये देखो इस्लाम तो हार नहीं, मुनाज़रे का तो फैसला ही नहीं हुआ ना, मुनाज़रे का तो फैसला नहीं, तो वो ईसाई किस लिए हो गए थे, किस वजह से? उन्होंने कहा अब्दुल्ला आसम के जो दलाइल थे वो बहुत भारी थे। हाँ, तो देखो ना, तो इस बात के ऊपर उसने कहा कि इस्लाम जो है इसके पास तो दलाइल ही कोई नहीं है। इस्लाम के नहीं, इस्लाम की भी बात छोड़ दे। जब मिर्जा साहब गए थे ना मुनाजरा करने, हाँ, तो मार्टिन क्लार्क को मुसलमान उलमा ने कह दिया था कि ये बंदा हमारी तरफ से नहीं है, और मार्टिन क्लार्क ने भी उसको मिर्जा साहब को कहा हुआ है, ये शातु सुन्ना में छपा हुआ है सारा, कि आप मुसलमानों की तरफ से मुनाजरा लड़ने नहीं आ रहे। हाँ, ये बात तो फिर मुकम्मल बताया करें ना, बीच में ये जो आप छोड़ देते ना, ये ना किया। नहीं, मैं डेलिबरेटली नहीं छोड़ता, तो लेकिन वो आपको हो सकता है पता ही ना हो, तो फिर आप कह सकते वो छोड़ना चाहते नहीं लेकिन छूट जाते हैं कई दफा। लेकिन इसका मतलब है कि अशातुल सुन्ना की वजह से मुसलमान जो हजरत मिर्जा साहब जो थे वो मुसलमानों के इस्लाम के रिप्रेजेंटेटिव या रसूलुल्लाह के रिप्रेजेंटेटिव बाकी नहीं रहे थे। जी, हम तो नहीं मानते थे उनको। नहीं, हाँ, इसका मतलब है कि जिसको आप नहीं मानेंगे वो रसूलुल्लाह का। यार ये आप देखें, ये जो आप सुन लें, दो चीजें होती हैं, दो चीजें। जब असूल कायम करते हैं ना, तो अपने लिए भी वही आप असूल कौन कायम करता है? असूल कौन आप हमें समझते हैं इस्लाम का रैप? नहीं, छोड़ो इस बात को। असूल कौन कायम, सही कौन है गलत कौन है, इसको छोड़ें। आप सुन लें, आप जो ये करते होते हैं ना, ये विक्टिम कार्ड खेलना शुरू कर देते हैं, आप भी जिसको मानेंगे वो मुसलमान नहीं है, वो भाई आप यही समझते हैं? नहीं, आपका हम यही अकीदे हैं, यही कॉन्सेप्ट है। हम समझे ना समझे, क्यों ना समझे ना, बस ठीक है, हम भी समझे ना समझे, बात ये जो आप सोच के देना, खेली जाना, खेली जाना, ये मैं कह रहा हूँ बम्बास्टर को जवाब सोच के देना। कलमतुल फसल आजकल पढ़ी जा रही है ज्यादा। नहीं, कलमतुल फसल भी है। अगर मिर्जा साहब का दावा ये है कि मैं खुदा से आया हूँ, तो उसका इनकार करने वाला तो काफिर है, वो तो इस्लाम को रिप्रेजेंट नहीं करता, इसमें कोई शक नहीं है। कलमतुल फसल हो या कोई भी हो, जैसे एक साफ सी चीज है कि ईसाई अगर यहूदी जो हजरत ईसा पे ईमान नहीं लाते तो काफिर हो जाते हैं, मुसलमान अगर हजरत ईसा को नहीं मानते तो वो काफिर हो जाते हैं, ईसाई यहूदी अगर नबी पाक को नहीं मानते तो वो काफिर हो जाते हैं। तो इसी तरह ही कोई भी हो जो हजरत मसीह मौत पे नहीं मानेगा वो काफिर हो जाता है। तो इसमें तो कोई शक वाली बात नहीं, इफ्स एंड बट्स की नहीं है। नहीं है ना, तशरीह हो या गैर तशरीह हो, जो खुदा की तरफ से जिसकी बासत हो और वो कहे कि हाँ मुझे खुदा ने इस नाम से पुकारा और लोग इनकार करें कि नहीं पुकारा, हम नहीं मानते, तो वो खुदा का इनकार है ना, तो कुफर तो उन्होंने कर दिया, गुनाहगार तो हो गए, मुजरिम तो हो गए खुदा की नजर में, बात खत्म हो गई। तो जहां तक बात है इसका ये जो मनाजरा है, तो फिर तो बात तो ये है कि जिन लोगों ने ये कहा कि मिर्जा साहब इस्लाम को रिप्रेजेंट नहीं करते, क्या फिर वो खुद मैदान में उतरे और उसके साथ मुनाजरा किया उन्होंने कि नहीं? तो उन्होंने कहा ना मिर्जा साहब ने करने को हम मानते हैं, ना असी करना है, तो फिर बात ठीक है, फिर बात ठीक हो गई। उन्होंने कहा अब्दुल्ला आतम नूं भी है साडा बंदा रिप्रेजेंट नहीं करता ते असी तेरे नाल लड़ नहीं सकते, तो गल मुक गई। माशाल्लाह, बहुत आला। सब ये जरा रोशनी तो डालें सैनी साहब इस बात तो रोशनी पानी जी। ਜਿਹੜੀ ਬਿਲਾਲ ਸਾਹਿਬ ਗੱਲ ਕੀ ਕੋਈ ਜੋ ਜਿਹੜੇ ਦੋ ਬੰਦੇ ਗਏ ਸਨ ਉਹਨਾਂ ਨੇ ਵਾਕਈ ਕ੍ਰਿਸਚੀਅਨਟੀ ਅਪਣਾ ਲਈ ਸੀ? ਇਹ ਵਾਕਿਆ ਹੋਇਆ ਤੇ ਲੇਕਿਨ ਇਹ ਹੈ ਕਿ ਲੋਕ ਕ੍ਰਿਸਚੀਅਨ ਹੁੰਦੇ ਉਸ ਵਕਤ ਹੋ ਗਏ ਉਹਨਾਂ ਨੂੰ, ਫਿਰ ਕੀ ਹੋਇਆ? ਜਿਹੜੇ ਮਿਰਜ਼ਾ ਸਾਹਿਬ ਦੇ ਨਾਲ ਗਏ, ਯਾਨੀ ਉਹਨਾਂ ਦੇ ਹੱਕ ਵਿੱਚ ਗਏ, ਉਹਨਾਂ ਦੇ ਉਹ ਕੌਣ ਹੈ ਬੰਦੇ ਜਿਹੜੇ ਮਿਰਜ਼ਾ ਸਾਹਿਬ ਦੇ ਹੱਕ ਵਿੱਚ ਕੀ ਨਾਲ ਗਏ ਨੇ ਜਾਂ ਨਹੀਂ ਗਏ ਕਸ਼ਮੀਰੀ ਸਾਹਿਬ, ਲੇਕਿਨ ਉਹ ਕ੍ਰਿਸਚੀਅਨ ਹੋ ਗਏ ਸਨ ਬਸ, ਉਹ ਰਿਸ਼ਤੇਦਾਰ ਸਨ ਮਿਰਜ਼ਾ ਸਾਹਿਬ ਦੇ। नहीं मिर्जा साहब के कोई रिश्तेदार क्रिश्चियन नहीं हुए। वो कहते हैं मिर्जा साहब का साला क्रिश्चियन हो गया था। नहीं कोई नहीं, वो हो गया। बिलाल हनीफ कौन कौन क्रिश्चियन होया सी जरा दसियो दोबारा। मतलब दलाल तो मुतसर होके क्रिश्चियन होंदे ही रहंदे लोग, हो गए हुण फिर की। बिलाल हनीफ तो ये तो नहीं, दो गल्लां ने, एक है कि इस मुनाजरे दे दलाइल दे विच ऐसी कमी है कि ऐसी दलील दी जिहदे तो ईसाईयत दी फतह साबित हुंदी और उन्हां दा एक साथी
فوراً ہی عیسائی ہو گیا، وہ انسٹانس پیش کرنا چاہیے. اگر وہ انسٹانس نہیں تو ان جی کہنا وہ فلانا عیسائی ہو گیا، وہ تو ہندی رہنے نا. بھائی سوال موسیٰ صاحب نے پوچھا تھا بلال حنیف سے کہ جو مناظرہ ہوا تھا جنگ مقدس، جی سانی بھائی میں آ گیا ہوں. وہ کون جیتا تھا اور کون ہارا تھا؟ بلال حنیف نے کہا جی اس کا فیصلہ ہی نہیں ہوا. ٹھیک ہے، نہیں ہوا لیکن ہوگا. نہیں ہوا، اصلی بات کر رہا ہوں میں. اس کے نتیجے میں 2 بندے جو کرسچن ہو گئے. نہیں کوئی نتیجے میں نہیں ہوئے، یہ ساری فالتو باتیں ہیں. یہ بلال صاحب میں نے نتیجے میں کہا ہے، یہ میں نے نتیجے میں کہا ہے، یہ بلال نے فالتو بات کی ہے. نہیں ہوئے تو تھے لیکن نہیں، نتیجے میں میرا بات مقصد نہیں. یہ ہے ٹھہر جاؤ سانی صاحب، ٹھہر جاؤ. اگر بلال صاحب آپ اس کو ساتھ نتھی کرتے ہیں، آپ سے سوال پوچھا گیا کہ اس مناظرے میں کون جیتا تھا، آپ نے کہا جی اس کا فیصلہ تو کوئی نہیں ہوا بلکہ مرزا صاحب کا سالہ اور ایک پتہ نہیں کون جو ہے وہ ایک یوسف پٹھان. ہاں یوسف پٹھان. ابھی کو سننے والا اس سے کیا نتیجہ اخذ کرے گا؟ مجھے کیا پتا، میں نے تو جو بات ہے وہی کرنی ہے نا. یہاں تو آپ سن لیں، 1 سیکنڈ 2 ہی چیزیں ہیں. جب میں آپ کو بات بتاؤں گا یہاں تو وہ جھوٹی ہوگی یا سچی ہوگی، ٹھیک ہے؟ تو جب میں بتا رہا ہوں اس میں یہ ہوا. بات تو آپ نے سچی کی ہے لیکن آپ کہہ رہے کہ میں نے اس کے نتیجے میں نہیں بولا. نتیجہ اگر نکلتا تو پیش گوئی کی ضرورت کیا پڑتی یار؟ آپ خود بتائیں گے، اچھا کامن سینس کی آپ بات یہ ہے. بتائیں کہ جو ان کا سالہ اور پٹھان جو تھا وہ کرسچن ہوا، وہ کس وجہ سے ہوا؟ یہ مجھے کوئی نہیں پتا. تو پھر آپ نے اس کو ہاں جی اسی کے دوران ہوا تھا، اسی مباحثے کے درمیان یہ کام ہوا تھا. یہ تو بات اس ٹھیک کی وجہ سے ہی ہوا نا پھر. ٹھیک ہے، ہو سکتا ہے. اس مباحثے کی وجہ سے کسی کا وہی میں مسلمان گل کی ہونا، تھی کہ میں نہیں کیا. اس سانی مباحثے بھائی کی یہ وجہ بات سے نہیں ہے. دیکھیں کسی کا مسلمان ہونا یا کسی کا مسیحی ہونا، وہ اس مباحثے کے دوران مسیحی ہوئے، جی بالکل ٹھیک ہے. یہ شرطیں طے کرنے والے یہی لوگ تھے. ان میں سے دونوں میں سے کوئی ایک تھا جو شرائط طے کرنے گئے تھے. یوسف پٹھان یا مرزا صاحب کے جو بردر ان لا ہے، ان میں سے کوئی تھا بندہ؟ مرزا صاحب کے بردر ان لا کا کیا نام ہے؟ مجھے نہیں یاد ہے وہ بندہ جس کا نام یاد نہیں. وہ تو پھر جب اگر اسی کاروائی پہ مکمل بات کرنی ہے کہ مناظرے کے درمیان کیا ہوا تھا تو اس پہ بھی بات ہو سکتی ہے. وہ مسئلہ کوئی ہے. تو ابھی رینڈملی انہوں نے پوچھا، کیونکہ ہم سانی بھائی آپ کو پتا ہے پیش گوئی کی، ٹھیک ہے، ہم نے مناظرے کو کبھی ڈسکس نہیں کیا. لاما صاحب کرتے وہ پروگرام ریکارڈ کراتے ہیں اس پہ، لیکن کیونکہ مجھے اس کی تفصیل اس طرح اتنی واضح نہیں ہے، کیونکہ اس میں تو 2 چیزیں مجھے یاد علامہ صاحب پروگرام ریکارڈ کرتے ہیں تو اس میں کیا کہتے ہیں کہ مرزا صاحب ہار گئے تھے، وہ اس طرح کہتے ہیں نا بھائی. دیکھیں بمباسک صاحب میری بات سن لینا. اس مناظرے میں 2 شخصیتیں تھیں، دونوں نے اسلام چھوڑا علامہ صاحب اور اپنا انہوں نے مذہب کا، ایک مسیحی ہو گیا اور ایک نے نبوت کا دعویٰ. پوری ہوئی؟ جی نہیں ہوئی، بات ختم ہوگی. پیش گوئی کیوں کیا تھی؟ وہ 15 مہینے میں مر جائے گا. نہیں مرا، اور وہ نہیں مرا، بس بات ختم. اب یہ پوری ہوگی پیش گوئی تو ٹھیک ہے، آپ سمجھ لیں پوری ہوگی. نہیں تو مرزا صاحب نے پیشین گوئی جو تھی وہ کس لیے کی تھی؟ وجہ 2 مختلف باتیں ہیں، ان کو مکس نہ کریں. ایک بات یہ ہے کہ جو مباحثہ تھا وہ کس موضوع پہ تھا، کیا ثابت کرنا تھا اس میں؟ وہ غالباً الوہیت مسیح پہ تھا نا. الوہیت مسیح پہ. ہاں جی. تو الوہیت مسیح کا مطلب یہ ہے کہ مسیح یہ ثابت کرتے تھے کہ عیسیٰ علیہ السلام اللہ ہے، وہ خدا ہے. ہاں. مرزا صاحب یہ ثابت کرتے تھے کہ وہ خدا نہیں ہے بلکہ خدا اور ہے. یہ تھا نا مباحثہ یا مناظرہ. تو اگر عیسائی اس میں جیت گئے تو اس کا مطلب یہ ہے کہ مسیح خدا ہے، اور مرزا صاحب ہار گئے کہ خدا نہیں ہے بلکہ مسیح ہی خدا ہے. بالکل یہی بات میں نے کی ہے. کیا یہ نکلا تھا؟ یہ 93 کی بات کریں نا آپ. نہیں حسین صاحب انصاف سے کام آپ بھی لے لیا کریں. 93 کا یہ میں اب واپس لیتا ہوں سارے لفظ میں. بہت شکریہ.
حسین صاحب نہیں، انصاف نال کام نہیں لے رہے. یہ 93 کا واقعہ ہے. بلال دا ریسرچر ٹھہرو اچھا نہیں رک جائیں بلال صاحب یہ بتائیں میں نے کتنی دفعہ ناانصافی سے کام لیا ہے؟ 5 دفعہ بتائیں. ایک منٹ میں رک جائیں. میں ریسرچر نہیں ہوں بھائی، تو سکر بھائی بتائیں گے کیا. نہیں وہ اس کو چھوڑ دیں. آپ نے مجھے کہا ہے کہ میں کبھی کبھی انصاف سے کام لے لیا کروں، تو اس کا مطلب یہ ہے کہ موسٹ آف دا ٹائم میں انصاف سے کام نہیں لیتا. یہ کہہ رہے ہیں آپ؟ پھنس گیا بلال. نہیں وہ جو آپ کہہ رہے ہیں کہ اگر مسیحی جیت گئے تو پتہ ایسے اس کو چھوڑیں. آپ نے جو بات کہی ہے اس کو بھی ٹھیک ہے. پھر مجھے نہیں، پھر صاحب میں خاموش ہوں، میرا کوئی اس ٹائم موڈ نہیں ہے. مجھے جو آپ نے فرمایا ہے کہ میں حسین صاحب آپ نے صرف اس دن انصاف کیا تھا جس دن آپ نے اس کی تعریف کی تھی اور 5 کلو اس کا خون وہ تو میں اب بھی کروں گا. وہ میں ہمیشہ ہی کرتا ہوں، کرتا رہوں گا. باقی ساری لیکن میرے لیے میں نے کس گالیاں نہیں دینی، آپ جو مرضی کر لیں. وہ ماسک صاحب وہ 5 جگہیں بتا رہے ہیں. میں چاہنا تو میں معذرت کرتا ہوں. دیکھیں جی کوئی بات نہیں، ٹھیک ہے. میں بھائی آپ ایک چیز میں ذرا مجھے جس میں دلچسپی ہے، مجھ سے ایک منٹ حسین صاحب یہ کلیئر کریے، نام تو مجھے مسلمانوں والا لگ رہا ہے، عبداللہ اگے آتم. ہاں تو مولوی تھا، اسلام سے مسیح ہوا تھا، وہ مسلمانوں کا مولوی تھا. تو مرزا صاحب بھی مسلمانوں کے مولوی تھے نا. جنڈیالہ کے مسلمان تھے. انہوں نے حضرت مسیح علیہ السلام کی خط ان کی خدمت میں خط بھیجا تھا کہ مارٹن کلارک کے ساتھ مباحثہ میں آپ ہماری مدد کریں. انہوں نے لکھا تھا کہ اہل اسلام جنڈیالہ اکثر کمزور اور مسکین ہیں، اس لیے خدمت شریف عالی میں ملتمس ہوں کہ جناب للہ اہل اسلام جنڈیالہ کو امداد فرمائیں، ورنہ اہل اسلام پر دھبا آ جائے گا. یہ خط انہوں نے لکھا تھا حضرت مسیح علیہ السلام کی خدمت میں. تو اس وجہ سے وہ یہ مباحثہ شروع ہوا تھا. ٹھیک ہو گیا. یہ تو ہو گیا نا مباحثہ شروع ہو کل رانی بھائی جب کڑباس پڑتا ہے نا، اس میں یہ ہوتا ہے کہ آتم مارا گیا نہیں مارا گیا، شرائط کیا طے ہوئی تھی. یوسف پٹھان جو ہے مسلمان ہو گیا، اور فلانا آدمی وہ ہو گیا، اور وہ جو ہے وہ ہار گئے اور احمدی جھوٹے. اگر یہ اس طریقے سے کیے جائے بات تو کچھ بھی پلے نہیں پڑتی. بات پہلی بات یہ ہے کہ 2 فریق تھے، مناظرے کا موضوع کیا تھا، دونوں طرف سے کیا کیا دلائل دیے گئے. اگر یہ کسی کو پتا ہو تو وہ صاحب علم ہوگا، اور اگر اس کا کچھ پتا نہ ہو، صرف وہ یہ کہے کہ فلانا جیت گیا فلانا ہار گیا، تو وہ ایک سطحی آدمی ہوگا، اس کو کچھ پتا نہیں کہ کیا ہو رہا ہے. یہ ہے بات. نہیں، اگر جنگ مقدسہ پڑھیں تو حضرت مسیح علیہ السلام کے تو بہت ہی مضبوط دلائل تھے، اور وہاں پہ یہ فیصلہ ہوا تھا کہ آپ نے کوئی فلسفہ پیش نہیں کرنا دونوں فریقین نے، بلکہ اپنی اپنی کتابوں سے ثابت کرنا ہے. تو حضرت مسیح علیہ السلام نے تو بڑے خوبصورت دلائل دیے قرآن نہیں مرزا صاحب نے، لیکن عبداللہ آتم اپنی کتاب سے دلائل نہیں دے سکا. یہ تو ہوگی نا. تو اس وجہ سے اس نے یہ مجھے اس میں 2 چیزیں یاد ہیں کہ جی یہ مسیح اپنے آپ کو کہتے ہیں کہ میں اللہ کو گالیاں بھی دیتا تھا آتم، کچھ بیمار ان کے سامنے رکھوں. ہاں بلال ایسی بات ہے، وہ مناظرے کے درمیان ایسی کوئی بات سن لے، اسلام اور رسول اللہ کو گالیاں بھی دیتا تھا وہ یار، کیونکہ مرتد جو ہو گیا تھا، اس نے دوسرا مذہب اختیار کیا. اور شاید نہیں، میں چاہنا ہوں صرف یہ ریلیٹڈ ہی رہا. اس نے بلال ایک چیز پتہ ہے کہ میں تھوڑی کشمیری بھائی دوران میں آپ ہی بات کریں گے، ہم تو اتنا بولتے ہی نہیں ہیں. میں یہ کہتا ہوں کہ جماعت کے ساتھ ہمارے اختلاف تو ہیں. مباحثے میں کیا ڈسکشن، یہ وہی بات کر رہا ہوں. میں کہہ رہا ہوں کہ جماعت کے ساتھ ہمارے اختلاف تو اپنے ہیں، لیکن جہاں پہ اسلام اور کفر کا مقابلہ آئے تو وہاں بھی ہم کہیں کہ آتم جیتا ہے ہم سے، یا آتم کے زیادہ دلائل. اور بھائی صاحب یا وہ ادھر سے آپ کو یہی کہہ رہا ہوں کشمیری صاحب کہ یہ مناظرہ ہوا تھا 93 میں. 91 میں مسلمانوں نے کہہ دیا تھا کہ یہ بندہ مسلمان نہیں ہے، اس کے عقائد یہ ہیں، بات ختم ہو گئی. انہیں ایسی کوئی بات نہیں، جنڈیالہ والوں نے حضرت مسیح موت کو ہی مقرر کیا تھا. اسی طرح یہ ہے کہ اب یہ بیچ میں دونوں بولیں گے. کشمیری صاحب یہ 93 کا مناظرہ ہے. 91 میں استفتاء جو تھا وہ علماء نے دیا تھا اس بندے کے خلاف، مرزا صاحب کے خلاف، اور مرزا صاحب اپنی جا کے صفائیاں دیتے رہے میں مسلمان ہوں، مسلمانوں کو.
अगर ये इतने मुसलमान नहीं थे तो क्यों सफाइयां देते रहे हैं जाके? जंडियाला के मुसलमानों ने दूसरी बात सुने हज़रत मसीह मौऊद अलैहिस्सलाम से जैसे दरख्वास्त की उमर थी। बाप को उन्होंने मुसलमान डिक्लेयर नहीं दूसरी किया, बात, उसको अच्छा कहते हैं इनको क्या उम्र उसकी बाद मिली activity हर तरफ से ले जाते हैं। अच्छा बात दूसरी बात ये है कि अपना ये मुनाजरा 91 के बाद हुआ और मार्टिन क्लार्क को मोहम्मद हसन बटालवी साहब ने खत लिखा कि ये बंदा हमारा नुमाइंदा नहीं है और मोहम्मद साहब बटालियन और साहब ने हमारी कहा, तरफ से मैं आ इसको रहा हूं ना मुकाबला समझना। करने। बाकी बात ये है कि ये अशातु सुन्ना के पेपर है, ये डेट्स वो सारे ढूंढ के तो मैं आपकी खिदमत में पेश कर दूंगा और नहीं नहीं नहीं, बिलाल भी साहब पेश कर दूंगा। बिलाल साहब जब कश्मीरी साहब आप खुद, क्योंकि इन लोगों ने करनी है अपने मुंह की बातें जो नहीं मर्जी नहीं उसको बिलाल जोड़ साहब दें। ये बम्बास्टर भाई इसको बात तो करने दें पूरी। नहीं नहीं मैं समझ उसको गया पूरी आपकी बात कर रहे हैं। बात तो ये है बिलाल बिलाल ना, भाई, आप इनको ये अब वाकया ये है- सुना सकते हैं 93 जितना जो भी हुआ पढ़ के सुना सकते हैं क्या हुआ क्या वहाँ वहाँ वो और क्या यार उसका क्या कुछ नहीं इनसे कुछ मिर्जा साहब जो थे उनको 91 में उनको गैर मुस्लिम करार दे दिया और 93 में उन्होंने कहा जी मैं मुसलमानों के बिहाफ पे मनाजरा करने आ रहा हूँ। मोहम्मद हसन बटालवी साहब ने कहा जी ये मुसलमान ही नहीं है, हमें प्रेजेंट ही नहीं कर सकता तो मैं आवांगा, और फिर मोहम्मद हसन साहब भी नहीं गए। ए वाकया जो कश्मीरी साहब बस तो कोई भी नहीं गया मुसलमान है जो मिर्जा साहब को आप गैर ये मुस्लिम कहना करार दे चाहिए दिया। आपको ये मालूम है कि वो मसीही जानते थे इस बारे में, किस बारे में? मिर्जा साहब के बारे में क्या जानते थे बारे में? जो बता रहे हो अभी क्या? 91 वाली बात जानते थे मसीही कि नहीं थे जानते? नहीं मोहम्मद हसन बटालवी साहब ने बताया होगा ना कि नहीं हमने छोड़ दिया हुआ, हमने निकाल दिया हुआ इसको दायरे से। मैं 5 दिसंबर 1930 का ना नूर अफशां पढ़ के सुनाता हूँ, मुझे ज्यादा खाना खा लेने नहीं 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 ये बात तो ये है कि 5 दिसंबर 1930 का मोहम्मद हसन बटालवी साहब ने बताया ना जी कि मुनाजरा ये करने तो आ रहे हैं मुसलमानों के बिहाफ पे, लेकिन भाई वो व्हाट्सएप का दौर नहीं था बम्बास्टिक साहब, खत लिखा था, वो फोन नहीं थे उस दौर में होते, खत लिखा था। खतों की किताबत होती। उसका इसके साथ क्या ताल्लुक है? नहीं भी वो ये कह रहे हैं ना कि मिर्जा साहब बेशक मुनाजरा करते रहे, मोहम्मद हसन बटालवी साहब ने उनको निकाल दिया अरे 94 के दिखा दूंगा तारक इस्लाम से बाहर। तो फिर जो मर्जी करता रहे, कोई कहे जितना मर्जी जोर लाए मैं मुसलमान। नहीं कोई मोहम्मद हसन बटालवी का इसमें क्या ताल्लुक था? वो जंडियाला के मुसलमानों ने मिर्जा साहब को ये कहा था कि हमारी तरफ से आप पेश हो। भाई जंडियाला के मुसलमान जो थे बिल्कुल। उनकी क्या औकात है? वो तो आम मुसलमान थे, वो आलिम दीन थे भाई। ये बात ठीक है, ये बात आपकी ठीक है बम्बासिक साहब, हाँ वो तो इससे मैं एग्री करता हूँ। उम्मत के जो उलमा उनको नहीं थे, पता था मिर्जा गुलाम अहमद कादियानी के कायद का इस तरह, ये बात ठीक है। जो मोहम्मद हुसैन बटालवी हुआ या सनाउल्लाह अमृतसरी हुआ या अहमद रजा खान बरेलवी हुआ, इस्लाम जो है वो तो उनके घर की लौंडी थी, वो जिसको चाहे अंदर रखे जिसको चाहे बाहर निकाल दे। उन्होंने मिर्जा साहब को बाहर निकाल दिया। बात यार एक ਤੇ ਵਿਕਟਮ ਕਾਰਡ ਜਿਹੜਾ ਨਾ ਇਹ ਜਿਹੜਾ ਵਿਕਟਮ ਕਾਰਡ ਇਹ ਮੈਨੂੰ ਇਹਨਾਂ ਦਾ ਬੜਾ ਬੁਰਾ ਲੱਗਦਾ ਵਾ। भैया आप गौर करो, बात तो ठीक कर रही है ना। सुन ले नहीं इसमें विक्टिम कार्ड वाली कौन सी बात है? मैं गलत बात कर रहा हूँ। इसमें तो आप इतने कोई आप घर की लौंडी थी जो आपने फतवे दिए लाहौरियों पे? सुन ले आप घर की लौंडी थी अहमदियत पे? नहीं वन सेकंड अहमद रजा खान ने आपके सिर्फ घर की मिर्जा लौंडी साहब को बाहर अहमदियत जो निकाला आपने था। लाहौरियों पे फतवे दिए हैं? उन्होंने वहाबियों को, चकड़ालवियों को, अहले तशय्युह को, देवबंदियों को, सबको बाहर निकाला था। किसने? तो आप अहमद रजा खान बरेलवी साहब ने। एक अच्छा वैसी बात ठीक कर है, रहा हूं मैं। अहमद रजा खान बरेलवी के बात को मैं तो कह सकता हूँ गलत है, तुम कह सकते हो बशीर अहमद नहीं, की बात हमें गलत है? कोई नहीं जरा माइक ऑन नहीं करो। कह आप सकते। गलत कहे, वो बिल्कुल ठीक कह सकते हो? शायद वो नहीं नहीं हम नहीं कह सकते। बशीर अहमद एम ने गलत किया? नहीं कह सकते, नहीं कह सकते। हाँ देखो मूसा साहब बात ये है कि मिर्जा गुलाम अहमद कादियानी साहब ने हकीकतुल वही के 185 नंबर पेज पे ये बात लिखी हुई है कि किस्म के कुफर है। एक कुफर ये है कि बंदा इस्लाम से इनकार कर दे और रसूलुल्लाह सल्लल्लाहु अलैहि वसल्लम को मानने से इनकार कर दे, और दूसरा किस्म है कुफर की वो कि बंदा मसीह मौद को मानने से इनकार कर दे तमाम हुज्जत के बाद। तो मिर्जा नीचे लिखते हैं ये दोनों किस्म के कुफर एक ही हैं। अब जिस किस्म का कुफर होगा मिर्जा अल्लाह के नबी को नाम मानने से, उसी किस्म का कुफर मिर्जा साहब को नाम मानने से होगा लागू, बात खत्म होगी। और आप लोग यहाँ पे कहानियां लेकर आते हैं। उसके बाद ये है कि जब मिर्जा साहब ने ये लिखा तो मिर्जा साहब की थी हुकूमत, उन्होंने सारे मुसलमानों को पार्लियामेंट में डिक्लेयर कर दिया और कहा कि आज के बाद इनके कुफर में कोई शक करे इनको नौकरी पार्लियामेंट तो 1974 में हुई है। इनको नमाज आपके बशीर अहमद एम साहब और बशीरुद्दीन महमूद साहब तो बहुत टाइम पहले फतवे दे गए थे।
नहीं फतवे तो देर मैं मानता हूँ, अच्छा बात खत्म होगी फिर ये ना रोया ना उसके करे, बाद मिर्जा बशीरुद्दीन महमूद ये उसके सामने जाकर रोया करें जिसको नहीं पार्लियामेंट- पता कि आपके घर में क्या चीज है। और देखो ना पार्लियामेंट में जाके उसके बाद आपके अंदर अगर हिम्मत है, जुर्रत है, तो कहो बशीर अहमद ने गलत फतवे दिए। नहीं, सबसे बड़ी बात है कि बशीर अहमद बोलो उसने साहब के गलत फतवे फतवे दिए, हों। उसको क्या हक था किसी को काफिर कहने का? ओ यार गल तो सुनो, बशीर यार, उद्दीन बिलाल साहब, महमूद को बिलाल क्या साहब, हक मेरी था बात- उसको कि वो उसके मुसलमानों बाद को काफिर बात कहता है? ये है कि फतवे देने के बाद इन मरज़इयों ने मुसलमानों की मस्जिदें ढा दी और उनको हाँ, कहा कि वो तुम 15 नमाज जून नहीं पढ़ 1935 में सकते, तुम लोगों ने सुन्ना लोगों को नहीं घरों को करा आग सकते, लगाई है, हलाल ये बात कर ठीक है। हाँ, उसके बाद तुम ये लोगों किया की ना, जब बदमाशी चलती थी कादियान में, हाँ। तब तुमने ये काम सारे किए हुए हैं। बिल्कुल ठीक है। और सिर्फ अगर कादियान तुम्हारे पास हुकूमत आ जाती तो तुम हाँ। हिटलर और मुसोलिनी की तरह लोगों के साथ बर्ताव करते। तुम्हारे अखबार में लिखा हुआ है, हम बिलाल कह रहे साहब, हैं। बात ये है, तो बिलाल साहब, बात- खाली अकीदों का क्या करना है हमने? सुनो, ये बात जहाँ से अगर start हुई- हमारे पास हुकूमत अच्छा, आ सुन जावे ले। तो अच्छा, सुन हम ले मेरी हिटलर और मुसोलिनी की तरह लोगों बिलाल की साहब, सलाह करें बात तो और बिलाल सुबह साहब, से बात तो शाम ना यहाँ होने से- पाए कि हम ये सारे बात तो काम यहाँ करते से हैं। स्टार्ट हुई थी कि जो अब्दुल्ला बंदा आतम- नमाज ना पढ़े उसे 7 साल की सजा दें। बात खत्म। सुन बिलाल साहब, सुन लेना, और कुछ मैं कह रहा हूँ बात तो यहाँ से स्टार्ट हुई थी कि बात करें मोहतरम, विक्टिम कार्ड ना खेले मेरे नहीं सामने खेल रहे ना। विक्टिम कार्ड यार, ये हम मुझे नहीं पता है खेल रहे। आपके घर में क्या चीजें हैं। अच्छा सुन ले, आपको कुछ नहीं पता, आप सिर्फ पर्चियां लेके आते हैं, मेरी बात सुन ले आप। वो तो शर्मिंदा बात ये सा है- हुआ है, उसको करने दें। वो अगर मुझे नहीं पता तो अगर आप बताएं, उसे महसूस करने दें शर्मिंदगी। चले आप ये बताएं कि मैं आपके जो बात नजदीक स्टार्ट हुई थी ना बंदा- बिलाल कौन सा साहब, है? मैं एक सवाल अच्छा, करता हूँ, मेरी बात सुन लो पहले, बात तो सुन लो, जो बात जो स्टार्ट बंदा हुई थी मिर्जा ना, साहब को सुन मुसलमान लेना यार, कहे। मेरी बात सुन ले, सवाल सुन ये लेना, था, अब सवाल बात- मैं करता हूँ ना, पहले मेरी आपकी बात सुन तबीयत लेना, इंशाल्लाह जो ताला- बात पहले चल रही है उसको खत्म कर देना। यार एक मिनट खत्म सवाल- हो गया। जो सवाल बंदा ये था, नहीं, मिर्जा मेरी साहब बात को सुने, सुन पहले लेना, बात सुने, अब्दुल्ला आतम की बात चल रही थी, बात सुन ये ले, है सुन कि ले, एक अब्दुल्ला- सवाल है, सुन ले एक मेरे बार, पास पर्ची है हज़रत ना, मसीह आप सवाल मौद- हज़रत भाई मसीह मेरे मौद पास एक अलैहिस्सलातु पर्ची है, वस्सलाम- उसका जवाब दे दे। यार मेरी बात तो एक सुन पर्ची लेना, जवाब एक बार दे दे। मेरी बात सुन ले, मेरी बात जो सुन ले। कश्मीरी मैं साहब देखता हूँ नोट आपकी बात फरमाया कर जे, एक बंदा मिर्जा साहब को झूठा भी ना कहे, उनको कुफर भी ना कहे, उनके बातों को सच मानता हो, बैत नहीं की, पूछे से मुसलमान काफिर है। ठीक है रे बिलाल, समझ गए। एक बंदा मिर्जा साहब को झूठा ना मानता हो, मानता सच्चा हो उनकी सब बातों को, निशानियों को, और मुंह से भी उनका इनकार नहीं करता, कुफर नहीं उनके ऊपर लटाता, यानी उन्हें काफिर नहीं कहता, लेकिन उसने बैत नहीं की, हाँ, वो मुसलमान है काफिर है? वो अहमदी है। फिर जी कश्मीरी साहब, कश्मीरी साहब को क्या पता, मुझसे पूछो। नहीं मुझे वो बंदा मुसलमान होगा कि काफिर होगा इनके नजदीक? बिलाल भाई आसान एमडी, लफ्ज़ है, एमडी मुझे है। समझ नहीं आ रही कोई बात। एक मैंने भी बंदा नहीं समझा इसको। जो हाँ, मिर्जा एक मिनट, साहब एक की सुन ले, एक बंदा है जो मिर्जा साहब को उनकी बातों में झूठा नहीं कहता झूठा नहीं कहता, ठीक। और उनका एलानिया कुफर भी नहीं करता, मानता उनको सच्चा है, हाँ जी, लेकिन उसने बैत नहीं की, बैत नहीं की। नहीं की। अब वो मुसलमान है इनके नजदीक या वो काफिर है? इनके नजदीक मिर्जा साहब को वो मुसलमान कह रहा है, मुसलमान मिर्जा साहब को वो मुसलमान कह रहा है, मुसलमान है, मुसलमान है। काफिर है। काफिर है, काफिर। क्यों काफिर क्यों है? दसांगा मैं तो नहीं हमारे नजदीक है कि कश्मीरी साहब के तुम्हारे नजदीक, अहमदियों के नजदीक, कादियानियों के नजदीक, मिर्जाइयों के नजदीक, आहो उसके पास हवाला होगा कोई ना कोई, बादशाह उसके पास हवाला विक्टिम कार्ड खेलना शुरू कर देंगे हमें। हवाला होगा, एक मिनट हवाला लगा देगा। नहीं वो ठीक है, एक मिनट। ये इनकार करें, ये कहें कि नहीं ये झूठ है, तो मैं हवाला दे दूंगा। भाई अल्लाह की नजर में, क्योंकि अल्लाह ताला दिलों का हाल जानता है, ये बड़ी इंपॉर्टेंट चीज है यहाँ पे कि एक बंदा चीज नहीं है, आपने लेमिनेशन पर एक बंदा सच्चा मानता है। मेरी बात ਤੁਸੀਂ ਲੈਮੀਨੇਸ਼ਨ ਕਰ ਦੇ ਜਨਾ, ਜਿਹੜੇ ਉੱਤੇ ਆਪਣੀ ਹਾਸ਼ੀਆ ਰਾਈਆਂ ਕਰਦੇ ਜਨਾ, ਤੁਹਾਡੀਆਂ ਹਾਸ਼ੀਆ ਰਾਈਆਂ ਉੱਤੇ ਨਹੀਂ ਲਿਖੀਆਂ ਹੋਈਆਂ। सुनो, तुमने यही कहा है ना कि ਸਭ ਤੋਂ एक जो दिल ਵੱਡਾ में ਜਿਹੜਾ सच्चा ਹਾਸ਼ੀਆ मानता है। ਬਾਜ਼ है ट्रूथ सीकर है, अल्लाह दी कसम। अच्छा बिलाल एक मिनट ना, मैं ये कह रहा हूँ कि जब आपने खुद ही कहा है ना कि एक दिल में हजरत मसीह मौद को सच्चा मानता है लेकिन उनकी बैत नहीं की, ठीक है। अब दिल में जो सच्चा मानता है ये हाल अल्लाह ताला जानता है, ये बड़ा इंपॉर्टेंट पॉइंट है। वो अल्लाह की नजर में काफिर है कि वो सच्चा जानने के बावजूद वो ईमान नहीं लेके आया, तो ये अल्लाह को पता है, ठीक है। ये इस बात को क्लियर कर लो जी, जज़ाकल्लाह। ये आपने बोंगी मारी है सर, बस इतनी से कहूंगा। अब्बासिर भाई इसके पास हवाला होगा 100%, इसीलिए इसने सवाल किया बिलाल ने। यार मैं तो हमारा तो टॉपिक ये नहीं था, सवाल ये था कि अब्दुल्ला आतम के साथ जो मुनाजरा हुआ था, ये नहीं है तो फिर ये विक्टिम कार्ड खेलना बंद कर दिया करो ना। टॉपिक ये सुन लेना मेरी बात। सवाल ये था, बात ये हो रही थी कि अब्दुल्ला आतम के साथ जब बात हो रही थी
حضور حضرت مسیح علیہ السلام جو ہے وہ مسلمانوں کے نمائندے نہیں تھے نا اس ٹائم پہ؟ نہیں تھے، بالکل نہیں تھے. تو جنہوں نے ان پہ کفر کا فتویٰ لگایا تھا اور ان جو کافر قرار دے دیا تھا، کیا وہ لوگ خود گئے تھے مناظرہ کرنے کے لیے عبداللہ اتم سے؟ یہ سوال کیا تھا بمباسٹک میں نے. اور تو کوئی سوال مناظرہ نام سن لیں، بات عبداللہ اتم کی کس مسلمان سے ہوئی ہے؟ عبداللہ اتم کی یہ باتیں کس مسلمان سے ہوتی رہی؟ یہ باتیں تو اب جو فتح مسیح تھا، یہ کوئی مطلب بہت بڑی ایٹم تھی؟ مرزا صاحب تو خود ان کے مرزا صاحب سے مسئلے تھے، مرزا صاحب کے ان کے ساتھ تھے. لیک رام کا کیا تھا؟ آپ کہیں اگر آپ نے حقائق پہ بات کرنی ہے تو میں کہتا ہوں میں حاضر ہوں. ہم سارے ایویڈنس اس دور کے لے آتے ہیں اور سامنے بیٹھ کے بات کر لیتے ہیں. آپ بھی لے ہم بھی لے آتے ہیں سامنے بیٹھ کے. اب رینڈملی اگر آپ مجھ سے پوچھیں گے تو ظاہری بات ہے میں بھی انسان ہوں، ہر چیز ورڈ بائی ورڈ تو مجھے یاد نہیں. کیوں کشمیری بھائی ممکن ہے نا ایسا؟ ہاں بالکل صحیح. دیکھیں اس کا مطالعہ تو شکر بھائی بہت وسیع ہے بلال کا، تو اس لیے ہم بھی بیچ میں نہیں بول سکتے کئی دفعہ، کیونکہ اس کا میں نے تو کوئی کتاب نہیں پڑھی بھی نا، تو اس کا مطالعہ بہت وسیع ہے. تو یہ دلال کے علاوہ میرا دلال سے یہ ایک بات میں نے اعتراض کی تھی کہ جو یہ سنی سنائی بلال نے شاید یہ کہ وہ کرسچن ہو گئے تھے. یہ اگر لکھی بھی کی کتابوں میں تو پھر تو بلکہ اس لیے تو دیکھیں نا ثانی بھائی نے کہا کہ اس سے فرق نہیں پڑتا کہ کون سچا ہے کون جھوٹا. اس کو تو ثانی بھائی نے بھی طارق چوہان صاحب کو پتا ہے. طارق چوہان صاحب، اچھا طارق چوہان پتہ نہیں ہے. طارق بھائی بتا دیں. طارق چوہان صاحب وہ جو بندوں کی بات ہو رہی تھی کہ طارق صاحب پتہ نہیں سو ہی گئے ہیں. ایک منٹ میں ذرا گانا گا لوں. میرا پیا گھر آیا لالڑی. ٹونی بھائی دس ٹریبیوٹ از اونلی فار یو. وی مس یو لاڈ. میں نے ادھر چیلنج دیا تھا 2 دن پہلے سنی صاحب کو کہ میں ان کو ڈھونڈ رہا ہوں براڈو پہ اور ان کی گھر واپسی کریں گے ہم. تو آپ ناراض ہو کے گئے ہیں یا کہیں ویکیشن منا کے آئے ہیں؟ نہیں اصولی موقف تھا اس پر آپ بھی قائم وہ میں قائم رہے گا. پھر ٹھیک ہے، کیونکہ کوئی بات نہیں، چیزیں ہوتی رہتی ہیں آپس میں. تو میں نے 2 دن پہلے ہی کہا تھا، میں سن صاحب بولا بالکل جاؤ اور ان کو راضی کر کے لاؤ. جو اصولی بات ہے اس پر میرے موقف میں قطعاً کوئی تبدیلی نہیں آئی، اسی پر قائم ہوں. دیکھیں کشمیری پہ کوئی بھی قوم ہو، کوئی بھی برادری ہو، کوئی بھی کمیونٹی ہو، اب مسلسل اس کو تنقید کا نشانہ بنا کر اس کو کٹہرے میں کھڑا کر کے کیوں بھائی، اور اپنا تعارف تک بھی نہ کروا سکیں؟ کیوں؟ کب تک؟ کتنا؟ ان کو قانونی لحاظ سے غیر مسلم قرار کے نہیں، ان کی اذانیں بند کروا کے ان کو اس رستے سے ہٹا کے اس کو تمہاری تسلی ہو جائے گی؟ نہیں ہوتی تسلی کشمیری بھائی. آپ جانتے ہیں کربلا کے میدان میں اقتدار سے ہٹا کے کوئی مطلب شہادتیں دلوا کے بیبیوں کے خیمے جلوا کے کیا مطلب وہ حسد کے شرارے بجھ جاتے ہیں؟ نہیں بجھتے. بیبیوں کو چادریں ہٹا کے، بیماروں کو قیدی بنا کر، جوانوں کو سب کو شہید کر کے نہیں ختم ہوتی. یہ حسد بغض اور یہ بیماری ایسی ہے کہ لاشوں کے اوپر گھوڑے دلوا کر نہیں ختم ہوتے. یہ بیماری ایسی ہے، اس کی کوئی انتہا نہیں ہے. اگر آپ کہیں کہ 10 سال یہ اعتراض کرتے رہے اس کے بعد یہ خاموش ہو جائیں گے تو نہیں، ایسا نہیں ہوتا. تاریخ بتاتی ہے کہ ایسا نہیں ہوتا. انصاف ہوتا ہی باہمی احترام کے ساتھ ہے. عزت دو، عزت لو. اگر دوسروں کو تنقید کا نشانہ بنانا ہے تو آپ بھی ہمت کرو، اپنا تعارف کرواؤ، آؤ سامنے مساویانہ برابری کی سطح پر. کسی کی رعایت نہ کرو، نہ لو نہ دو. کیا خیال ہے آپ کا؟ ٹھیک ہے، آپ کا گلہ جائز ہے، لیکن ہم نے بڑا مس کیا آپ کو، یقین کریں، کیونکہ آپ کی کمی محسوس ہوئی ہے بہت زیادہ. تو میں ڈھونڈ رہا تھا آپ کو مختلف براڈوں پہ کہ جہاں بھی دیکھوں گا میں ٹونی بھائی کو واپس لاؤں کہ گھر واپسی ہو.
لیکن ٹھیک ہے آپس میں دوستوں میں ہوتی ہیں یہ چیزیں ٹونی بھائی، تو ناراضگیاں ہوتی ہیں اپنوں سے ہی ہوتی ہیں، ظاہر ہے جس سے وہ ہمارے پنجابی میں کہتے ہیں نا دائیا، یار اس نے تو میرا دائیا تے تاں میں ناراض ہاں، ساڈے تہاڈا دائیا ہے تے تاں کسی دیکھیں اب آپ ہیں یا کوئی اور دوست ہیں جن سے تعلق ہے، وہ تعلق اپنی جگہ پہ ہے، آپ کی جگہ پہ یہی حرکت میرا سگا باپ کرے، سگا بھائی کرے، بڑا بھائی کرے، چھوٹا بھائی کرے، تو میرا رد عمل وہی ہوگا جو اب ہے، اس میں قطعاً کوئی فرق نہیں آئے گا، کیونکہ ایک اصولی بات ہے۔ میں اپنے والد کو بھی کہوں گا کہ نہیں یہ بات درست نہیں ہے، بھائی کو بھی کہوں گا کہ نہیں آپ بھائی ہو لیکن یہ کوئی نہیں، یہ حرکتیں جو ہیں یہ انصاف پر مبنی نہیں ہیں۔ میں حسینی صاحب کو بتا رہا تھا کہ 3-4 میں کہا چلو دوستوں میں تو ناراضگیاں ہو جاتی ہیں، 3-4 دن پہلے میں نے ٹونی بھائی کو براڈ میں دیکھا ہے، تو وہ جماعت کے لڑکے ہی تھے، کوئی ینگ نئے، وہ ٹونی بھائی کو کہہ رہے تھے آپ کیوں جاتے ہیں جی تو اس براڈ پہ لڑائی ہو جاتی ہے، گالی گلوچ ہو جاتی ہے، تو ٹونی بھائی کہتے ہیں ان کو تم کون ہو مجھے روکنے والے، میرے دوست ہیں وہ آج سے ہیں، وہ 20-25 سال سے ہمارا تعلق ہے، جاتا ہوں میرے بڑے بھائی ہیں، اچھا کرتا ہوں۔ تو میں نے بولا یہ چیزیں تو ہیں لیکن چلیں چلتی رہتی ہیں ٹونی بھائی یہ چیزیں، کچھ نہیں، بس چھوٹی سی زندگی ہے، کیا ہے کھیل کے ہی گزارنی ہے۔ جو ثانی بھائی سے کے ساتھ تعلق ہے وہ ایک تعلق ہے، وہ انشاءاللہ تعالی رہے گا۔ وہ میں یہ کہتا ہوں ان کا کوئی بھی مذہب ہو، عقیدہ ہو، آپ کا کوئی بھی مذہب ہو، مجھ سے قطعاً کوئی فرق نہیں پڑتا، وہ ہندو ہو جائے سکھ ہو جائے، لیکن یہ ہے کہ اصولی طور پر جو میرا موقف ہے اور جو میں ہر ایک کے لیے چاہے کوئی وہابی ہو، دیوبندی ہو، بریلوی ہو، شیعہ ہو، احمدی ہو، وہ قائم رہنا چاہیے، اصولی موقف ہونا چاہیے، اس پر کوئی شرمندگی نہیں۔ تو اگر دیکھیں نا کوئی بندہ اور میں کون ہوتا ہوں اس کو کم دینکم والے یا دین، کوئی گھنپتی باپا موریا کہتا ہے یا کوئی اور معبود ہے اس کے، مجھے حق نہیں پہنچتا کہ میں اس کو کہوں۔ ہاں کم از کم میں یہ کہہ سکتا ہوں کہ بھئی آپ کے راستے الگ ہیں، میرے راستے الگ ہیں، لیکن اس میں یہ تو نہیں ہوتا کہ وہ مجھ سے محفوظ نہ رہے میری زبان سے یا کلام سے۔ آپ گپ شپ لگائیں، میں سن رہا ہوں۔ جزاک اللہ۔ بلال بھائی جاری رکھیں جو کچھ آپ شاید وہی بول رہے تھے آپ۔ میں یہی کہوں گا کہ انسانیت زندہ باد، ٹونی بھائی کی باتوں پہ یہی ہے کہ انسانیت زندہ باد۔ میں یہی رکھوں گا کہ وہ آئے تھے موسیٰ بھائی بڑی تیزی میں سوال کرنے آئے تھے کشمیری صاحب، وہ منازعہ جیت گئے تھے، انہوں نے بولا کیا تھا کہ یہ کہے گا کہ جیت گیا تھا مسیحی، تو میں کہوں گا یہ تو مسیحیوں کے ساتھ ہیں۔ اچھا ہم کہہ دیں نا کشمیری بھائی کوئی بات، مطلب نوٹ کیجئے گا، سن رہے ہیں آپ؟ جی جی، ہم کہہ دینا یار مسیحیوں کے یہ بات ٹھیک ہے، یہ کہہ دیتے ہیں تم مسیحی ہو گئے ہو۔ خود مرزا صاحب یسوع مسیح کو پہلے برا بھلا کہتے رہے ہیں، پھر یسوع مسیح کے الچی بن کے چلے گئے بلکہ برطانیہ کے ادھر، خود اسی یسوع مسیح کے الچی بنے ہیں مرزا صاحب خود، ادھر تو نہیں یہ بات کہتے۔ یہ اصول دو طرفہ ہے نا بھائی، جس کی جو بات ٹھیک ہوگی، یہ بندہ کو مسلمان بھی ہے، اس نے بھی کسی مسیح کے بارے میں کے حوالے سے کوئی بات کرتے ہوئے ڈیبیٹ کے دوران کوئی ہلکی بات کر دی، بے وزن بات کر دی، تو اس کی بات غلط ہوگی نا، اور الٹا وہ شرمندگی کے باعث بنتا ہے کشمیری بھائی اس طرح کا بندہ۔ کیا خیال ہے آپ کا؟ اگر یہاں پہ ایک بندہ ایسا جس کے دلائل کمزور ہیں، اس کی تحقیق مکمل نہیں، یار وہ کسی مسیحی سے مناظرہ کرنے بیٹھ جائے، ٹھیک ہے، مطلب جیسے جوزف ہے یا کوئی دوسرا ہے جس کے پاس، تو اگر مسلمان کو اس کا جواب نہ آئے یا اس کے ساتھ بات کرتے ہوئے اس کے نہیں وہ، تو ہم شرمندگی کا باعث بن جاتا، بندہ نہیں بن جاتا۔ مسلم ہو اور اس کو جواب نہ آئے، یہ بڑی عجیب بات ہے۔ ہاں مسلم ہو اور اس کو جواب نہ آئے کرسچن کے سامنے، جی بالکل بلال مرزا صاحب نے کہیں مسیح علیہ السلام کو برا بھلا کہا ہے؟ نہیں بالکل نہیں کہا۔ وہ کس کو کہتے رہے ہیں؟ یسوع مسیح کو کہتے رہے ہیں نا۔ نہیں، حضرت مرزا صاحب نے مسیح عیسیٰ ابن مریم کو برا بھلا کہا ہے کہیں؟ یسوع مسیح کو بھی کہا ہے، مسیح ابن مریم کو بھی انہوں نے بات۔ ہاں وہ کہاں کہا ہے، ہمیں بھی ذرا بتائیں۔ یسوع مسیح کو، ہاں یسوع، میں دکھاتا ہوں، مجھے ذرا کھانا کر دو تو میں دکھاتا ہوں۔
अजीज भाई आप ऐसे पूछ रहे हैं, वो जो है ना, जो उन्होंने मसीह मौद ने जो उनकी क्रिश्चियन की जो चीज़ें कोट की हैं ना, ये उनको लिटरली लेते हैं, तो आप खाम खाम में उससे पूछ रहे हैं, वो निकाल के ले आएगा। कुरान में तो नहीं क्रिश्चियन ने कोई चीज डाली, वो रहने दे, वो इस क्योंकि वो क्रिश्चियन ने कोई चीज नहीं ना डाली, कुरान से दिखा दे उन्होंने कुरान के हवाले से जो बात की है वो ठीक है। नहीं, सवाल तो ये है कि मसीह इब्ने मरियम का मामला हो, ना कि उनके आगे हवारियों का या किसी और बात पे। मसीह और मसीह इब्ने मरियम एक ही हैं। हाँ, एक बंदा दावा कर रहा है कि वो मैं क्या नाम है मोहम्मद सल्लल्लाहु अलैहि वसल्लम का गुलाम है, और वो ऐसी बात लिख सकता, भला ये अक्ल ही नहीं मानती। चलो आपने अगर प्रूव करना है तो ठीक है, करते रहे। आप तो यहाँ पे रोज देखते हैं अहमद साहब लोगों को, ये जो दावा करते हैं हम तो सोच भी नहीं सकते, तो जो करते हैं वो आप जो सुनते होते हैं, नहीं सुनते तो मैं आपको अभी सुना देता हूँ। नहीं करते, मैं कह रहा था कि नहीं करते बराबर। वो जो बात होती है ना, आप उसको जिस मर्जी, एक मैं आपको बताता हूँ, मैं आपको बात सुनाता हूँ, मैं नहीं उसको, आपने फैसला करना है कि ये क्या कह रहा है, ठीक है? हैं डरते क्यों है ना, कहे हाँ दिखाओ, मैं अभी तो आप फैसला करना, मैं नहीं करता। अभी बताऊंगा आपको, मैंने नहीं है, पहले दिखाऊंगा फिर बताना है। बताऊंगा, मेरे पास रिकॉर्डिंग बड़ी हुई है, मैंने की रिकॉर्डिंग। अमन नजीर साहब एक हवाला पेश कर रहे हैं, मुर्दा जिंदा कर दिया, ठीक है? वो पूरा हवाला खुद पढ़ रहे हैं जहाँ पे लिखा है कि लोग समझ रहे थे कि वो मुर्दा हो गया, ठीक है? वो हवाला ही बता रहा है। इसकी एग्जाम्पल तो हम डेली देखते हैं कि लोग वही तो नहीं जिसमें लाश जो है वो पानी के ऊपर तैर रही थी। हाँ, वो पूरे का पूरा लाश पानी के ऊपर कब तैरती हूँ अहमद साहब? आप पूरे का पूरा हवाला पढ़ते हैं ना आप? नहीं 1 सेकंड बताए ना मुझे, ये लाश पानी के ऊपर कब तैरती है? सर आपके पास हवाला है तो पढ़ दे पूरा हवाला। जिंदा इंसान को लाश पानी के ऊपर तैरती है या मुर्दा की तैरती है? और लोग कह रहे हैं ना, लोग कह रहे हैं खुद। नहीं, ये जो लाश पानी के ऊपर तैरती है, ये लोग नहीं, लोगों ने तो ये ना लोगों ने तो ये कहा ना कि ये बंदा मर गया है। जाहिर बात है, जब लाश पानी के ऊपर तैरती देखेंगे तो हर बंदे ने यही कहना बंदा मर गया है। भाई लोग कह रहे हैं, आप अंडरस्टैंड नहीं कर रहे। तो फिर किसने कहना था? और हम जो बंदा मुर्दा जिंदा कर दे, हम उसको जाके खुदा मान लेंगे, ये हो सकता ही नहीं है। पता बात क्या है? मिर्जा साहब एक दफा गए एक सफर पे, तो एक यार मैं बाद में एक जगह से एक बुजुर्ग, एक कब्र थी, कोई मजार था, मुझे 2 सेकंड तो वहां से क्या हुआ कि वो जो बुजुर्ग थे ना, वो अंदर से निकल के कब्र से बाहर आ गए थे मिर्जा साहब के सामने। कशफ है यार, वो कशफ नहीं है, ओ खुदा जो बच्चे, कशफ नहीं है यार दुनिया का। पता बात क्या है? कशफ नहीं है वो अहमदी, वो एक जमात है जिनका फिरका लोग बताते हैं, उनके मुंह में डाल। क्या फिरका है आपका? चले हम तो कभी भी नहीं मानते, हम तो इन चीजों को बिल्कुल नहीं मानते। मानते हैं आप? बिलाल मैं मानते हैं, कशफ नहीं मानते? मैं मुझे एक शेर पढ़ने दे, मैं आपको थोड़ा समय लग जाएगा। मैं सुनाता हूँ आपको, अभी आपका कशफ तो निकालते हैं। अभी एक मिनट सुन लेना। वो एक शेर है, एक नुक्ते ने महरम से मुजरम बना दिया, हम दुआ लिखते रहे वो दगा पढ़ते रहे। एक नुक्ते ने हमें महरम से मुजरम कर दिया, हम दुआ लिखते रहे और वो दगा पढ़ते रहे। बिल्कुल, मसीह मौत जो है वो दुआ लिखते रहे और दूसरे लोग दगा ही पढ़ते रहे। असल बात ये है। चलो पढ़ते हैं ना मिलके, तो देखते हैं क्या दुआ है कि दगा है। जो मुर्दा जिंदा कर दिया वो हवाला पढ़ना जरा, वो हवाला ही आप मुर्दा निकाल के दिखाता हूँ, मैं कब्र से निकाल के दिखाऊंगा आपको मुर्दा। नहीं वो पढ़े जरा, पहले वो पढ़े जरा। नहीं मैंने शक शुबे वाली बात ही नहीं करनी, मैंने कब्र से मुर्दा निकालना है। वो पढ़े जरा पहले, वो मुर्दे वाला जो पहले वाला ना, पहले बात वो पढ़े जरा, आपको हवाला ही बता देगा कि वो बात क्या है। पढ़ना जरा। हम तो ये सोच भी नहीं सकते, हमारे तो बच्चे से पूछ ले, वो भी नहीं सोच सकता कि क्या नाम है जो अल्लाह वाले काम है कोई इंसान। अदरीस भाई जी एक सवाल ये है कि अगर कोई रहनुमा या कोई शख्स रफ़ा हाजत करने के बाद अपने साथियों को ये इजाजत दे कि वो उसे खा जाए, भाग के आए और खा जाए, ऐसा शख्स मतलब ये नफासत की अलामत है या मतलब इसको क्या कहेंगे? अगर ये तसव्वुर हो किसी का, कोई भी शख्स हो, ये तो इंतहाई गलीज है ना। मैं जी अच्छा, अगर कोई ये रखे कि उसका रहनुमा ऐसा है, तो आप क्या कहेंगे उससे? मतलब हमें अट्रैक्शन आती है कि काश हम उस जैसे हो जाए? ना बिल्कुल नहीं।
तो ये फर्क ये होता है कि जो आपके तस्वुरात हैं, जो आपके अकायद हैं, जो आपने उसके ऊपर मंसूब कर रखे हैं, वही बात मैं करने लगा हूँ। बात यह है कि अगर मतलब जो मुमकिन तो नहीं, लेकिन इन केस हो सकती है कि अगर आज बिलाल को हदायत आ जाए और वहमदी हो जाए तो हम तो यही कहेंगे कि बिलाल कब्र से निकल के जिंदा हो गया। इसको फर्जी तौर पे तो नहीं हम कह देंगे कि ये कब्र से निकल के जिंदा हो गया, ये इससे यही मैं मुराद लूंगा कि बिलाल कब्र से निकल के जिंदा हो गया। मैं मिसाल दे रहा हूँ, अल्लाह करे कि तुझे हदायत आ जाए, अगर नहीं आती तो मेरा कोई इसमें कसूर नहीं है, बेशक ना आए। आपकी उम्र हो गई है 70 साल। हाँ जी, 3 साल काम करके आपने कल के लौंडे से जलील होके आ गए थे आप रोड से उस दिन। तो मैं तो बात सुन, तेरे से ज्यादा जलील मैंने देखा ही बंदा कोई नहीं। तुझे तो इतनी दफा जलील हो, मैं तो चलो मेरे अपनों ने किया ना, तेरे तो तेरे घरों ने, तेरे अपनों ने कर रहे हैं, गैर भी कर रहे हैं, अपने भी कर रहे हैं। रोज गालियां खाता है बोतले पराठों से। तो एक बात को लेके बैठा हुआ है, एक दफा हो गया तो फिर उन्होंने मेरे से माजरत भी कर ली, उन्होंने मुझे दोबारा ब्राड पे भी बिठा लिया। एक सेकंड बिलाल भाई, वो आपसे बड़े हैं तो प्लीज आप अगर किसी मुझे से भी तो बड़े थे नहीं, इसको तमीज ही नहीं बात करने की। ये देखो खुद जलील होता रहता है, रोजाना हो रहा है। मैं रोजाना इसकी ब्राड मुझे से तो भी ढूंढ लो, मुझे भी तो अभी पिछले दिनों उसने वो अमन नजीर ने इसको बैठा दिया था। अमन नजीर तो मेरा भाई है। तो फिर ऐसे वो भी रब्बी साहब भी मेरे बड़े हैं, उन्होंने मुझे सैर पे कर दिया। तो क्या कौन बड़े हैं? रब्बी साहब नहीं, ये उनकी ब्राड पे था ना, ढूंढ की ब्राड पे नदीम साहब। मुझे बड़ा है, आपसे तो छोटा है। कौन है? ढूंढ लो मुझे। वो मुरब्बी साहब ही होते हैं ना, बड़े ही होंगे ना। मुझे आप उसने आपको जलील करके नीचे उतारा, मैं सुन रहा था। नहीं, जलील कोई नहीं किया, जलील वाली बात। जलील करके बाद में 2-3 बंदे गए थे, जो भी उनकी माफिया हमने एक बंदे को कहा था, उन्होंने बाद में माजरत भी कर ली। उन्होंने मुझे ये भी कहा कि आप जिसको ले आएंगे हम बात करवा देंगे। आपको पता नहीं, आपने 30 साल काम किया, लेकिन आपको बस 2 बातें रट ली है, पता चल गया जी 30 साल काम, 70 साल का, बस आपके देह में बैठ गई। हमें किसी की गुलामी में जाने की जरूरत क्या फर्क पड़ता है मुझे? हमने रसूलुल्लाह का कलमा पढ़ा है, अल्लाह और अल्लाह का रसूल, दैट्स इट। उसके आगे जो भी आएगा हम छोड़ देंगे। आपकी तरह हम किसी के मोहताज थोड़ी हैं। अब बंदा कैसे डिबेट कर बात करनी देते, ठीक है आप लगे रहो फिर। नहीं, मोहताज नहीं है तो जो वो अमन नजीर की ब्राड पे क्या लेने जाता, मोहताजी है तो जाता है ना उधर से पर्चियां लेने। मोहताज नहीं है। हाँ जी, अमन नजीर की ब्राड पे जाता है पर्चियां लेने के लिए। अमन नजीर साहब मुझे ये मसला समझा दो, ये उधर जाके सवाल करता है उनसे। अदरीस साहब वो ब्राड नहीं लगाते, मैं लगाता हूँ। चलो जो भी वो आते होंगे तो सवाल तो उनसे करते हो कि नहीं करते, लेते हो कि नहीं, कि मैं वहां पर गया था, मेरे से ये सवाल हुआ है, आप बताओ इसका क्या जवाब दूं। वो फिर आगे से आपको पर्ची दे देते हैं कि ये लेके जाना। बोंगी मार दी ना आपने, चुप कर दें आप। तो फिर आप भी चुप कर जाए। मैंने पोंगी तो नहीं मारी, मैंने तो सही बात की है। या तो कह दो कि नहीं हम अमन नजीर की ब्राड पे जाते। अमन नजीर हो, हुसैनी साहब हो, हम तो सबकी ब्राड पे जाते हैं। मैं तो अभी बकवास कर रहे थे कि मैं तो नहीं ना, जो अभी झूठ बोलते थे, मौके पे मुंह पे झूठ बोल दिया। मैं तो उनकी ब्राड पे भी जाकर कई दफा गया। इमरान कालू के पास गया था, उससे माफी भी मंगवाई थी, उसने गाली दी थी, बकवास की थी, माफी मांगी थी उसने, वो भी मेरे पास है। तो ऐसी कोई बात नहीं। जलील कर दिया ना एक दफा तो उसने भी तुझे। रिकॉर्डिंग है मेरे पास, दिखाऊंगा। हुसैनी भाई मौजूद है? हेलो